ਭਾਰਤ ਵਿੱਚ ਵੀ ਲੋਕ ਭਾਵੇਂ ਥੋੜੇ ਨੇ ਟੈਕਸ ਦੇਣ ਵਾਲੇ, ਪਰ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਕੀ ਸਹੂਲਤ ਦਿੱਤੀ? ਕੋਈ ਸਹੂਲਤ ਦਿੱਤੀ? ਇਸ ਵੇਲੇ ਜੇਕਰ ਤੁਸੀਂ ਕਹਿੰਦੇ ਕਿ ਟੋਲ ਟੈਕਸ ਵੱਧ ਰਹੇ ਨੇ, ਉਹਦੇ ਵਾਸਤੇ ਵੀ ਕਿਸਾਨ ਧਰਨਾ ਲਾਉਣ। ਕਿਉਂ ਬਾਈ? ਕਿਸਾਨ ਵਿਹਲੇ ਨੇ? ਇੱਥੇ ਬੈਂਕਾਂ ਦੇ ਵਿੱਚ ਸਾਡੇ ਪੈਸੇ ਕਢਾਉਣ ਤੇ ਟੈਕਸ ਲੱਗ ਗਿਆ, ਪੈਸੇ ਜਮ੍ਹਾਂ ਕਰਾਉਣ ਤੇ ਟੈਕਸ ਲੱਗ ਗਿਆ। ਬੈਂਕ ਦੇ ਮੋਹਰ ਦੀ ਤੁਸੀਂ ਲੰਘ ਜਾਓ, ਸੀਸੀਟੀਵੀ ਦੇ ਵਿੱਚ, ਕੈਮਰੇ ਦੇ ਵਿੱਚ ਕਿਸੇ ਤੁਸੀਂ ਆ ਜਾਓ, ਤੁਹਾਨੂੰ ਤਾਂ ਟੈਕਸ ਲਾਉਣ ਨੂੰ ਫਿਰਦੇ ਨੇ। ਪੈਟਰੋਲ ਵੱਧਦਾ, ਤੁਸੀਂ ਤਾਂ ਨਹੀਂ ਕੋਈ ਬੋਲਦਾ। ਇਸੇ ਕਰਕੇ ਸਰਕਾਰ ਤੁਹਾਡੀ ਸੰਗੀ ਨਾ ਪਈ। ਸਾਰੇ ਬੱਚੇ ਜਿਹੜੇ ਕਨਵੈਂਟ ਸਕੂਲਾਂ 'ਚ ਨਹੀਂ ਪੜ੍ਹ ਸਕਦੇ, ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਸਕਦੇ ਆ। ਸਰਕਾਰੀ ਸਕੂਲਾਂ ਦੇ ਵਿੱਚ ਸਾਨੂੰ ਉਹੋ ਜਿਹੀ ਸਹੂਲਤ ਤਾਂ ਦਿਓ। ਸੇਮ ਸਵਾਲ ਉਹਨਾਂ ਲੀਡਰਾਂ ਨੂੰ ਆ ਕਿ ਤੁਸੀਂ ਜਿਹੜਾ ਲੋਕਾਂ ਨੂੰ ਨਿੰਦਦੇ ਫਿਰਦੇ ਹੋ, ਤੁਸੀਂ ਉਹਨਾਂ ਨੂੰ ਨਿੰਦਣ ਦੀ ਬਜਾਏ ਆਪਣੀਆਂ ਪਾਲਿਸੀਆਂ ਨਹੀਂ ਦੱਸ ਸਕਦੇ। ਜੇਕਰ ਨਵਜੋਤ ਸਿੰਘ ਸਿੱਧੂ ਹੁਣੀ ਕਹਿੰਦੇ ਆ ਕਿ ਸੜਕ ਐਸੀ ਹੈ ਕਿ ਬੰਦਾ ਸਕੂਟਰ ਲੈ ਕੇ ਜਾਂਦਾ ਹੈ, ਉਹਦੀ ਘਰ ਵਾਲੀ ਨੂੰ ਬਾਰ-ਬਾਰ ਦੇਖਦਾ ਕਿ ਉਹ ਰਹਿ ਗਈ ਘਟੈ ਗਈ, ਤਾਂ ਫਿਰ ਕਸੂਰ ਕਿਹਦਾ? ਤੁਹਾਡੀ ਸਰਕਾਰ ਰਹੀ ਹੈ, 5 ਸਾਲ ਦਾ ਸਮਾਂ ਹੋ ਗਿਆ। ਉਹਨਾਂ 5 ਸਾਲਾਂ ਦੇ ਵਿੱਚ ਤੁਸੀਂ ਕੋਈ ਪੈਚ ਵਰਕ ਹੀ ਲਾ ਲੈਂਦੇ, ਹੁਣ ਤੇ ਸਰਕਾਰ ਹੀ ਪੈਚ ਵਰਕ ਵਾਲੀ। ਸਿੱਧੂ ਸਾਹਿਬ, ਬੋਲਬਾਣੀ ਇਹ ਇਕੱਲੀ ਤੁਹਾਡੀ ਇਹ ਪਾਰਟੀ ਨੂੰ ਜਿਤਾ ਨਹੀਂ ਸਕਦੀ। ਤੁਹਾਨੂੰ ਹੁਣ ਕੰਮ ਗਣਾਉਣੇ ਪੈਣਗੇ। ਚਾਹੇ ਫੁੱਟਬਾਲ ਨਾ ਖੇਡੇ, ਚਾਹੇ ਕੋਈ ਕਿਸੇ ਤਰ੍ਹਾਂ ਕੋਈ ਕੰਮ ਕਰੇ। ਤੁਸੀਂ ਹੁਣ ਇਹ ਦੱਸੋ ਤੁਹਾਡੀਆਂ ਪਾਲਿਸੀਆਂ ਕੀ ਨੇ, ਤੁਹਾਡੀਆਂ ਨੀਤੀਆਂ ਕੀ ਨੇ? ਪੰਜਾਬ ਮਾਡਲ ਤੁਸੀਂ ਕਰੀ ਜਾ ਰਹੇ ਹੋ। ਸਾਰੇ ਪੰਜਾਬ ਮਾਡਲ ਲੈ ਕੇ ਘੁੰਮਣ ਡੇ ਨੇ। ਤੁਹਾਡਾ ਪੰਜਾਬ ਮਾਡਲ ਕੀ ਹੈ? ਥੋੜਾ ਜਿਹਾ ਆਪਣੀ ਵਿਜ਼ਨ ਕਲੀਅਰ ਤਾਂ ਕਰੋ। ਦੇਖੋ, ਗੱਲ ਇਹ ਹੈ ਕਿ ਗੱਲਾਂ ਤਾਂ ਸੱਚੀ ਮਿੱਠੀਆਂ ਕਰਦੇ ਆ, ਪਰ ਸਾਡਾ ਗੱਲਾਂ ਨਾਲ ਢਿੱਡ ਨਹੀਂ ਭਰਨਾ। ਜੇਕਰ ਉਹ ਟਰੂਡੋ ਵਰਗੇ ਹੈਗੇ ਤੇ ਟਰੂਡੋ ਵਰਗੇ ਬਣ ਜਾਣ। ਲੋਕਾਂ ਨੇ ਵੋਟ ਇਸ ਵਾਰ ਬਹੁਤ ਕੁਝ ਦੇਖ ਕੇ ਪਾਉਣਾ। ਲੋਕੀ ਬੜੇ ਪੀੜਤ ਨੇ ਇਸ ਸਿਆਸਤ ਤੋਂ। ਸਿਆਸਤ ਨੇ ਕਿਸੇ ਦਾ ਫਾਇਦਾ ਨਹੀਂ ਕੀਤਾ। ਸਿਆਸਤ ਨੇ ਲੋਕਾਂ ਨੂੰ ਤੜਪਾਇਆ ਹੈ, ਲੋਕਾਂ ਨੂੰ ਸਤਾਇਆ ਹੈ। ਕਿਉਂਕਿ ਆਪਣੀਆਂ ਵੋਟਾਂ ਦੀ ਖਾਤਰ ਤੁਸੀਂ ਬਿੱਲ ਮਾਫ ਕਰਦੇ ਹੋ, ਤੁਸੀਂ ਪਾਣੀ ਦੇ ਮਾਫ ਕਰਦੇ ਹੋ, ਤੁਸੀਂ ਕਿਰਾਏ ਫ੍ਰੀ ਕਰਦੇ ਹੋ, ਤੁਸੀਂ ਬੱਸ ਸਫ਼ਰ ਫ੍ਰੀ ਕਰਦੇ ਹੋ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਤੁਹਾਨੂੰ 4.5 ਸਾਲਾਂ ਬਾਅਦ ਸਾਡਾ ਖਿਆਲ ਆ ਜਾਂਦਾ, ਸਾਡਾ ਫਿਕਰ ਹੋਣ ਲੱਗ ਪੈਂਦਾ। ਇਹਨਾਂ ਗੱਲਾਂ ਤੋਂ ਲੋਕ ਹੁਣ ਜਾਣੂ ਨੇ। ਉਹ ਵੀ ਕਹਿੰਦੇ ਨੇ ਚੱਲ ਜਾਂਦੇ ਚੋਰ ਦੀ ਕੜਾਕੀ ਸੀ, ਲੈ ਲਓ ਲਾਹਾ ਇਹਨਾਂ ਦਾ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ, ਪ੍ਰੋਗਰਾਮ ਪੰਜਾਬੀ ਸੱਥ ਲੈ ਕੇ ਹਾਜ਼ਰ ਹਾਂ ਮੈਂ ਰਮਨੀਕ ਕੌਰ। ਕਹਿੰਦੇ ਨੇ ਕਿ ਸਮੱਸਿਆ ਦੇ ਸਾਈਜ਼ ਦੇ ਉੱਤੇ ਨਹੀਂ, ਬਲਕਿ ਹੱਲ ਕਰਨ ਵਾਲੇ ਦੀ ਕੈਪੈਸਿਟੀ ਤੇ ਡਿਪੈਂਡ ਕਰਦਾ ਹੈ ਕਿ ਸਮੱਸਿਆ ਹੱਲ ਹੋਊਗੀ ਜਾਂ ਨਹੀਂ। ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਸਮੱਸਿਆ ਬਹੁਤ ਵੱਡੀ ਹੈ ਜਾਂ ਇਹ ਛੋਟੀ ਜੀ ਗੱਲ ਹੈ, ਪਰ ਅਸਲ ਦੇ ਵਿੱਚ ਤੁਹਾਡਾ ਦਿਮਾਗ ਕੀ ਕਹਿੰਦਾ ਹੈ, ਤੁਹਾਡੀ ਕੈਪੈਸਿਟੀ ਕੀ ਹੈ, ਤੁਹਾਡੇ 'ਚ ਸਮਰੱਥਾ ਕਿੰਨੀ ਹੈ, ਇਹ ਤੇ ਡਿਪੈਂਡ ਕਰਦਾ ਹੈ ਕਿ ਸਮੱਸਿਆ ਹੱਲ ਹੋਊਗੀ ਜਾਂ ਨਹੀਂ। ਪਰ ਅਫਸੋਸ, ਜਿਹੜੀ ਸਮੱਸਿਆ ਮੇਰੇ ਨਾਲ ਹਰ ਰੋਜ਼ ਆ ਜਾਂਦੀ ਹੈ, ਉਹਦਾ ਮੈਂ ਕੀ ਹੱਲ ਕਰਾਂ? ਸਤਿ ਸ਼੍ਰੀ ਅਕਾਲ ਸਮੱਸਿਆ ਜੀ। ਸਤਿ ਸ਼੍ਰੀ ਅਕਾਲ ਜੀ। ਗੱਲ ਇਹ ਹੈ ਕਿ ਨਾ ਜੀ, ਜ਼ਿੰਦਗੀ ਦੇ ਵਿੱਚ ਹਰ ਬੰਦਾ ਜੀ ਦੂਸਰੇ ਬੰਦੇ ਨੂੰ ਸਮੱਸਿਆ ਸਮਝਦਾ। ਹਾਂ, ਠੀਕ ਹੈ ਨਾ। ਏਦਾਂ ਹੀ ਉਹ ਕੋਈ ਘਰ ਵਾਲਾ ਵਿਚਾਰਾ, ਅੱਛਾ, ਉਹਦੀਆਂ ਅੱਖਾਂ ਸੁੱਜੀਆਂ, ਬੁਰਾ ਹਾਲ, ਤੁਰਨਾ ਹੋਵੇ, ਉੱਥੇ ਕਾਲੀਆਂ ਐਨਕਾਂ ਲਾਈਆਂ। ਅੱਛਾ, ਉਹ ਮੈਂ ਕਿਹਾ ਤੂੰ ਮਧੋੜੀਆਂ ਕਿੱਥੋਂ ਲੜਾ ਕੇ ਆ ਗਿਆ? ਉਹ ਕਹਿੰਦਾ ਮਧੋੜੀਆਂ ਨਹੀਂ, ਇਹ ਤੇਰੀ ਭਰਜਾਈ ਲੜੀ ਆ। ਇੱਕੋ ਹੀ ਮਧੋੜੀ ਬਹੁਤ ਆ। ਹਾਂ, ਮੈਂ ਕਿਹਾ ਗੱਲ ਕੀ ਹੋਈ? ਕਹਿੰਦਾ ਕੱਲ ਉਹਦਾ ਜਨਮ ਦਿਨ ਸੀ। ਤੇ ਮੈਂ ਕਿਹਾ ਜਨਮ ਦਿਨ ਸੀ ਤੇ ਫਿਰ ਉਹਨੇ ਜਨਮ ਦਿਨ ਦਾ ਤੈਨੂੰ ਤੋਹਫਾ ਦਿੱਤਾ? ਉਹ ਕਹਿੰਦਾ ਯਾਰ ਤੋਹਫਾ ਤਾਂ ਕੀ ਦੇਣਾ, ਕੇਕ ਲੈ ਕੇ ਘਰ ਗਿਆ। ਕਸੂਰ ਸਾਰਾ ਬੇਕਰੀ ਵਾਲਿਆਂ ਦਾ। ਅੱਛਾ, ਭੁਗਤਣਾ ਮੈਨੂੰ ਪਿਆ। ਹਾਂ, ਮੈਂ ਕਿਹਾ ਉਹ ਕਿੱਦਾਂ? ਕਹਿੰਦਾ ਯਾਰ ਨਾ ਸੀ ਉਹਦਾ ਤਪੱਸਿਆ, ਅਗਲੇ ਨੂੰ ਲੱਗਦਾ ਸਮੱਸਿਆ। ਸੋ ਇਸ ਕਰਕੇ ਕਹਿੰਦਾ ਆ ਮੇਰੇ ਨਾਲ ਸਮੱਸਿਆ ਹੋਈ ਆ, ਸੋ ਮੈਨੂੰ 2-4 ਦਿਨ ਦੀ ਛੁੱਟੀ ਦਿਓ। ਪਰ ਕਹਿਣ ਦਾ ਮਤਲਬ ਇਹ ਕਿ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਉਹ ਕਦੇ ਵੀ ਛੁੱਟੀ ਨਹੀਂ ਦਿੰਦੀਆਂ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਤੁਹਾਡੀ ਆਪਣੀ ਇਹ ਵੀ ਸਮੱਸਿਆ ਹੋ ਸਕਦੀ ਹੈ ਕਿ ਤੁਸੀਂ ਕਿੱਥੇ ਕਿਹੜੀ ਚੀਜ਼ ਨੂੰ ਕਿੱਦਾਂ ਹੈਂਡਲ ਕਰਨਾ ਉਹ ਤੁਸੀਂ ਨਹੀਂ ਕਰ ਸਕਦੇ। ਸਮੱਸਿਆ ਉੱਥੇ ਹੋ ਸਕਦੀ ਹੈ। ਕਹਿੰਦੇ ਨੇ ਕਿ ਹਰ ਵਿਗੜੀ ਗੱਲ ਉੱਥੇ ਬਣ ਜਾਂਦੀ। ਜੇਕਰ ਬੰਦਿਆਂ ਵਾਲੀ ਗੱਲ ਕਰੀਏ, ਮੁਸ਼ਕਿਲ ਵੀ ਮੁਸ਼ਕਿਲ ਰਹਿੰਦੀ ਨਹੀਂ। ਜੇਕਰ ਮਰਦਾਂ ਵਾਂਗੂ ਹੱਲ ਕਰੀਏ, ਸਾਨੂੰ ਸਮੱਸਿਆ ਨੂੰ ਹੱਲ ਕਰਨ ਦਾ ਤਰੀਕਾ, ਸਲੀਕਾ ਆਉਣਾ ਚਾਹੀਦਾ। ਹੌਸਲਾ ਵੀ ਇੱਥੇ ਬਹੁਤ ਵੱਡੀ ਚੀਜ਼ ਹੈ। ਬਿਲਕੁਲ ਸਹੀ। ਜੇਕਰ ਅਸੀਂ ਕਿਉਂਕਿ ਕਿਹੜਾ ਬੰਦਾ ਐਸਾ ਹੈ ਕਿ ਜਿਹੜਾ ਸਮੱਸਿਆਵਾਂ ਦੇ ਨਾਲ ਨਹੀਂ ਜੂਝਦਾ? ਸਾਨੂੰ ਸਮੱਸਿਆਵਾਂ ਦੇ ਨਾਲ 2-4 ਹੋਣਾ ਪੈਣਾ। ਜੇਕਰ ਸਮੱਸਿਆਵਾਂ ਤੋਂ ਬਿਨਾਂ ਅਸੀਂ ਚਾਹਾਂਗੇ ਕਿ ਜ਼ਿੰਦਗੀ ਸਾਡੀ ਚੱਲਦੀ ਰਹੇ ਤਾਂ ਉਹ ਜ਼ਿੰਦਗੀ ਨਹੀਂ ਹੋਏਗੀ, ਉਹ ਤਾਂ ਫਿਰ ਰਬੜੀ ਫਲੂਦੇ ਵਾਲੀ ਕੁਲਫੀ ਹੋਏਗੀ। ਠੀਕ ਹੈ ਨਾ। ਸਾਨੂੰ ਤੇ ਚਾਹੀਦੀਆਂ ਨੇ ਸਮੱਸਿਆਵਾਂ। ਜਿਹੜਾ ਬੰਦਾ ਸਮੱਸਿਆਵਾਂ ਦੇ ਵਿੱਚੋਂ ਬਾਹਰ ਨਿਕਲਦਾ ਉਹੀ ਦੁਨੀਆ ਦੇ ਵਿੱਚ ਜੇਤੂ ਹੋ ਕੇ ਬਾਹਰ ਨਿਕਲਦਾ। ਬਿਲਕੁਲ ਜੋਗੀ ਜੀ, ਇਹਦੇ ਨਾਲ ਜੁੜੀ ਇੱਕ ਕਹਾਣੀ ਵੀ ਮੈਨੂੰ ਯਾਦ ਆ ਰਹੀ ਹੈ। ਅਕਸਰ ਕੋਈ ਸਮੱਸਿਆ ਆਉਂਦੀ ਹੈ, ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਸਿਚੁਏਸ਼ਨ ਇਹੋ ਜਿਹੀ ਹੁੰਦੀ ਹੈ, ਅਸੀਂ ਆਪਣੇ ਮਨ ਤੇ ਕਾਬੂ ਨਹੀਂ ਪਾ ਸਕਦੇ। ਅਸੀਂ ਬਹੁਤ ਜਲਦੀ ਗੁੱਸਾ ਕਰ ਲੈਂਦੇ ਹਾਂ, ਬਹੁਤ ਜਲਦੀ ਅਸ਼ਾਂਤ ਹੋ ਜਾਂਦੇ ਹਾਂ, ਬਹੁਤ ਜਲਦੀ ਢਹਿ ਜਾਂਦੇ ਹਾਂ, ਹਨਾ। ਹੌਸਲਾ ਜਿਹੜਾ ਢਾਹ ਦਿੰਦੇ ਹਾਂ। ਭਗਵਾਨ ਬੁੱਧ ਆਪਣੇ ਜਿਹੜੇ ਚੇਲੇ ਸੀਗੇ ਉਹਨਾਂ ਦੇ ਨਾਲ ਜਾ ਰਹੇ ਸੀ ਕਿਤੇ,
ਅਚਾਨਕ ਤੋਂ ਉਹਨਾਂ ਨੂੰ ਪਿਆਸ ਲੱਗੀ। ਸਾਹਮਣੇ ਇੱਕ ਛੋਟੀ ਜਿਹੀ ਝੀਲ ਜਿੱਦਾਂ ਚੋ ਜਿਹਾ ਵਗਦਾ ਹੁੰਦਾ ਹੈ, ਉਹ ਵਗ ਰਿਹਾ ਸੀ ਤੇ ਉਹਨਾਂ ਨੇ ਆਪਣੇ ਸ਼ੀਸ਼ੇ ਵੱਲ ਇਸ਼ਾਰਾ ਕਰਕੇ ਕਿਹਾ ਵੀ ਜਾ ਮੈਨੂੰ ਪਾਣੀ ਲਿਆ ਦੇ ਉੱਥੋਂ, ਪਿਆਸ ਲੱਗੀ ਆ। ਅੱਗੋਂ ਕਾਫੀ ਅੱਗੇ ਤਾਂ ਮਿਲਣਾ ਨਹੀਂ ਸੀ। ਅਚਾਨਕ ਉੱਥੋਂ ਇੱਕ ਬੈਲ ਗਾੜੀ ਜਿਹੜੀ ਆ ਗੁਜ਼ਰਦੀ ਹੈ, ਰੇੜਾ ਜਿਹਾ ਗੁਜ਼ਰਦਾ ਹੈ ਤੇ ਉਹ ਮਿੱਟੀ ਆ ਜਾਂਦੀ ਹੈ ਪਾਣੀ ਦੇ ਵਿੱਚ, ਪਾਣੀ ਗੰਦਾ ਹੋ ਜਾਂਦਾ ਹੈ। ਤੇ ਉਹ ਜਦੋਂ ਪਾਤਰ ਲੈ ਕੇ ਪੀਣ ਵਾਸਤੇ ਪਾਣੀ ਲੈ ਕੇ ਜਾਂਦਾ ਹੈ ਤੇ ਉਹ ਕਹਿੰਦਾ ਵੀ ਇਹ ਤੇ ਪਾਣੀ ਗੰਦਾ ਹੈ, ਇਹ ਮੈਂ ਐਵੇਂ ਕਿਵੇਂ ਆਪਣੇ ਗੁਰੂ ਨੂੰ ਦੇ ਦੇਵਾਂ। ਤੇ ਫਿਰ ਉਹ ਵਾਪਸ ਆਉਂਦਾ, ਕਹਿੰਦੇ ਹਾਲੇ ਪਾਣੀ ਪੀਣ ਲਾਇਕ ਨਹੀਂ ਗੁਰੂ ਜੀ, ਥੋੜੀ ਵੇਟ ਕਰ ਲਓ ਤੇ ਮੈਂ ਪਾਣੀ ਤੁਹਾਨੂੰ ਦੇ ਦਾਂਗਾ। ਅੱਧੇ ਘੰਟੇ ਬਾਅਦ ਉਹ ਫਿਰ ਭੇਜਦੇ ਕਿ ਜਾ ਹੁਣ ਦੇਖ ਕੇ ਆ। ਫਿਰ ਦੇਖਦਾ ਦੁਬਾਰਾ ਜਾ ਕੇ, ਹਾਲੇ ਵੀ ਪਾਣੀ ਦੇ ਵਿੱਚ ਮਿੱਟੀ ਸੀਗੀ। ਉਹ ਫਿਰ ਵਾਪਸ ਜਾਂਦਾ, ਕਹਿੰਦਾ ਨਹੀਂ ਹਾਲੇ ਵੀ ਪੀਣ ਲਾਇਕ ਨਹੀਂ ਹੈ। ਫਿਰ ਦੁਬਾਰਾ ਭੇਜਦੇ ਕਿ ਹੁਣ ਜਾ। ਘੰਟੇ ਡੇਢ ਘੰਟੇ ਬਾਅਦ ਉਹ ਜਾ ਕੇ ਦੇਖਦਾ ਹੈ ਪਾਣੀ 'ਚ ਮਿੱਟੀ ਥੱਲੇ ਬੈਠ ਗਈ ਹੈ, ਪਾਣੀ ਇੱਕਦਮ ਸਾਫ਼ ਕਲੀਨ ਹੋ ਜਾਂਦਾ ਹੈ। ਫਿਰ ਉਹ ਪੀਣ ਨੂੰ ਪਾਣੀ ਦਿੰਦਾ ਹੈ। ਉੱਥੇ ਭਗਵਾਨ ਬੁੱਧ ਉਹਨੂੰ ਪੁੱਛਦੇ ਆ ਕਿ ਤੂੰ ਕੀ ਕੀਤਾ ਪਾਣੀ ਨੂੰ ਸਾਫ਼ ਕਰਨ ਲਈ, ਤੂੰ ਕੁਝ ਖਾਸ ਕੀਤਾ, ਕੋਈ ਦਵਾਈ ਮਿਲਾਈ ਵਿੱਚ? ਹਾਂ। ਉਹ ਕਹਿੰਦਾ ਨਹੀਂ ਮੈਂ ਤਾਂ ਕੋਈ ਪਿਊਰੀਫਾਇਰ ਨਹੀਂ ਮਿਲਾਇਆ, ਮੈਂ ਤਾਂ ਕੁਝ ਵੀ ਨਹੀਂ ਕੀਤਾ। ਕਹਿੰਦੇ ਤੂੰ ਕੀ ਕੀਤਾ? ਸਿਰਫ ਵੇਟ, ਇੰਤਜ਼ਾਰ। ਤੁਹਾਡਾ ਮਨ ਵੀ ਇਸੇ ਤਰ੍ਹਾਂ ਹੀ ਹੈ, ਵਲਵਲੇ ਉੱਠਦੇ ਨੇ, ਗੁੱਸਾ ਆਉਂਦਾ ਹੈ, ਅਸ਼ਾਂਤੀ ਹੁੰਦੀ ਹੈ, ਵਕਤ ਦਿਓ। ਗੁੱਸੇ ਦੇ ਵਿੱਚ ਕੋਈ ਵੀ ਕਦਮ ਨਾ ਚੱਕੋ, ਸ਼ਾਂਤ ਹੋ ਜਾਓ। ਔਰ ਉਦੋਂ ਤੁਸੀਂ ਜਦੋਂ ਕੋਈ ਡਿਸੀਜ਼ਨ ਲੈਂਦੇ ਹੋ ਸ਼ਾਂਤ ਮਨ ਦੇ ਨਾਲ, ਕਹਿੰਦੇ ਨਾ ਤੱਤੇ ਤਾਂ ਨਹੀਂ ਕਰਨਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਸਮਾਂ ਦੇਣਾ ਚਾਹੀਦਾ। ਹਰ ਇੱਕ ਸਮੱਸਿਆ ਦਾ ਹੱਲ ਹੁੰਦਾ ਹੈ। ਦੇਖੋ ਕਈਆਂ ਦੇ ਲਈ ਦਿਨ ਸਮੱਸਿਆ, ਕਈਆਂ ਲਈ ਰਾਤ ਸਮੱਸਿਆ, ਕਈਆਂ ਲਈ ਦੁਪਹਿਰ ਸਮੱਸਿਆ, ਕਈਆਂ ਲਈ ਕੋਈ ਸਮੱਸਿਆ। ਜਦੋਂ ਤੁਹਾਡੇ ਕੋਲ ਕੋਈ ਵੀ ਸਮੱਸਿਆ ਆਉਂਦੀ ਹੈ, ਉਹਨੂੰ ਥੋੜਾ ਜਿਹਾ ਸਮਾਂ ਦਿਓ। ਔਰ ਨਾਲ ਦੀ ਨਾਲ ਦੋ ਲਫ਼ਜ਼ ਇਸ ਚੱਲਦੇ ਹੋਏ ਪ੍ਰੋਗਰਾਮ ਦੇ ਵਿੱਚ ਰਮਣੀਕ ਕੌਰ ਨੇ ਬੋਲੇ ਸੀ, ਉਹਨਾਂ ਦੇ ਮਤਲਬ ਵੀ ਤੁਹਾਨੂੰ ਦੱਸਣੇ ਨੇ, ਕਿਉਂਕਿ ਇਹਨਾਂ ਨੇ ਜਾਣਬੁੱਝ ਕੇ ਉਹ ਲਫ਼ਜ਼ ਬੋਲੇ ਆ ਤਾਂ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਇੰਟਰਸਟ ਦੇ ਨਾਲ ਬਣੇ ਰਹੋ। ਇੱਕ ਹੈ ਸ਼ਿਸ਼ ਜੀ, ਇੱਕ ਹੈ ਪਾਤਰ। ਇਹ ਦੋਨੋਂ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਅਸੀਂ ਦੱਸਣੀਆਂ ਨੇ ਕਿ ਇਹਨਾਂ ਦੋਨਾਂ ਦਾ ਅਸਲ ਵਿੱਚ ਪੰਜਾਬੀ ਦੇ ਵਿੱਚ ਸ਼ਿਸ਼ ਤਾਂ ਕਹਿੰਦੇ ਚੇਲੇ ਨੂੰ, ਪਾਤਰ ਕਹਿੰਦੇ ਭਾਂਡੇ ਨੂੰ। ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਿੱਖਣ ਦੇ ਵਾਸਤੇ ਇਸੇ ਤਰ੍ਹਾਂ ਹੀ ਤੁਸੀਂ ਪੰਜਾਬੀ ਸੱਥ ਦੇ ਵਿੱਚ ਸਾਡੇ ਨਾਲ ਥੜੇ ਤੇ ਲੱਤਾਂ ਲਮਕਾ ਕੇ ਬੈਠੇ ਰਹਿਣਾ। ਜੋਗੀ ਜੀ, ਸਾਡੇ ਮਨ ਦੇ ਵਿਚਲਿਤ ਹੋਣ ਦਾ, ਸਾਡੇ ਮਨ ਦੇ ਨਾ ਠਹਿਰਨ ਦਾ ਇੱਕ ਬਹੁਤ ਵੱਡਾ ਕਾਰਨ ਹੈ ਸਾਡਾ ਲਾਲਚ। ਬਿਲਕੁਲ, ਸਾਡੇ ਅੰਦਰ ਜਿਹੜਾ ਲਾਲਚ ਹੈ ਨਾ, ਮੈਨੂੰ ਆ ਵੀ ਮਿਲ ਜੇ, ਮੈਨੂੰ ਉਹ ਵੀ ਮਿਲ ਜੇ। ਦੁਨੀਆ ਦੀ ਹਰ ਇੱਕ ਸ਼ੈ ਅਸੀਂ ਖਰੀਦ ਸਕਦੇ ਹਾਂ, ਪਰ ਸਕੂਨ ਨਹੀਂ ਅਸੀਂ ਕਦੇ ਖਰੀਦ ਸਕਦੇ। ਬਿਲਕੁਲ, ਸਕੂਨ ਜਿਹੜਾ ਨਾ ਉਹ ਬੜਾ ਮੁਸ਼ਕਿਲ ਮਿਲਦਾ। कहते हैं कि तदबीरों पे नाज करोगे, किस्मत पे पछताओगे, पैसों से बिस्तर तो ले लोगे, नींद कहाँ से लाओगे। ये ਜਿਹੜੇ ਸਕੂਨ ਹੈ ਨਾ, ਇਹ ਮਨ ਦਾ ਸਕੂਨ ਜਿਹੜਾ ਜੀ, ਇਹ ਸਬਰ ਸੰਤੋਖ ਦੇ ਨਾਲ, ਜੇਕਰ ਅੰਦਰ ਤੁਹਾਡੇ ਸਬਰ ਸੰਤੋਖ ਆ ਜਾਵੇ ਫੇਰ ਹੀ ਮਿਲਦਾ ਜੀ। ਖੈਰ ਲਾਲਚ ਜਿਹੜਾ ਉਹ ਹਰ ਬੰਦੇ ਦੇ ਵਿੱਚ ਫਸਿਆ ਹੋਇਆ, ਔਰ ਅਸੀਂ ਇਹ ਕਹਿੰਦੇ ਨੇ ਕਿ ਹਰ ਬੰਦਾ ਲਾਲਚੀ ਹੈ, ਲਾਲਚ ਦੇ ਸਭ ਧੰਦੇ, ਉੱਪਰੋਂ ਆਪਾਂ ਸੋਹਣੇ ਅੰਦਰੋਂ ਨੌ ਗੰਦੇ। ਕਹਿਣ ਦਾ ਮਤਲਬ ਹੈ ਕਿ ਹਰ ਇੱਕ ਬੰਦਾ ਲਾਲਚਾਂ ਦੇ ਵਿੱਚ ਬੱਧਾ ਹੋਇਆ ਜੀ। ਇੱਥੇ ਇੱਕ ਕਹਾਣੀ ਬਣਾਈ ਆ ਦਾਸ ਨੇ, ਖੁਦ ਆਪ ਸਾਖਸ਼ਾਤ ਜੀ। ਜ਼ਰੂਰ। ਕਾਂ ਤੇ ਲੂੰਬੜੀ ਵਾਲੀ ਕਹਾਣੀ ਸੁਣੀ ਹੋਣੀ ਤੁਸੀਂ ਬਹੁਤ ਵਾਰ, ਵੀ ਉਹ ਕਾਂ ਉੱਪਰ ਅੰਗੂਰ ਹੁੰਦੇ ਉਹਦੇ ਕੋਲ। ਨਹੀਂ ਅੰਗੂਰ ਵਾਲਾ ਨਹੀਂ, ਉਹ ਕਾਂ ਪਨੀਰ ਦਾ ਟੁਕੜਾ ਲੈ ਕੇ ਬੈਠਾ, ਥੱਲੇ ਲੂੰਬੜੀ ਆ, ਉਹਨੂੰ ਕਹਿੰਦੀ ਹੈ ਕਿ ਤੂੰ ਬੜਾ ਸੋਹਣਾ ਗਾਉਣਾ। ਉਹ ਗਾਉਣ ਲੱਗਦਾ, ਪਨੀਰ ਥੱਲੇ ਡਿੱਗਦਾ, ਉਹ ਕਹਿੰਦੀ ਚੱਲ ਚੁੱਪ ਕਰ ਜਾ, ਚੱਲ ਜਾਂਦੀ। ਉਹੀ ਲੂੰਬੜੀ ਦੇ ਜਦੋਂ ਗੋਤੋਂ ਗੋਈ ਖਾਨਦਾਨ ਦੇ ਵਿੱਚੋਂ, ਕਿਉਂਕਿ ਫਿਰ ਸਾਰੇ ਪੀੜ੍ਹੀ ਉੱਡੇ ਤੁਰ ਪੈਂਦੀ ਨਾ, ਤੇ ਉਸੇ ਕਾਂ ਦੀ ਕੋਈ ਜਦੋਂ ਗੋਤੋਂ ਕੋਈ ਪੀੜ੍ਹੀ ਅੱਗੇ ਉਹ ਬੈਠੀ ਹੈ। ਹੁਣ ਸਾਰੀਆਂ ਪੀੜ੍ਹੀਆਂ ਦੇ ਵਿੱਚ ਬੇਵਕੂਫ ਜੰਮ ਨਹੀਂ ਸਕਦੇ, ਸਾਰੀਆਂ ਪੀੜ੍ਹੀਆਂ ਦੇ ਕੋਲ ਵਿਦਵਾਨ ਨਹੀਂ ਹੁੰਦੇ। ਬਿਲਕੁਲ ਸਹੀ। ਲਓ ਜੀ, ਉਹ ਉਸੇ ਪੀੜ੍ਹੀ ਦੇ ਵਿੱਚੋਂ ਕਾਂ ਪਨੀਰ ਦਾ ਟੁਕੜਾ ਕਿਤੋਂ ਚੱਕ ਕੇ ਲਿਆ ਕੇ ਟਾਹਲੀ ਤੇ ਬੈਠ ਕੇ ਮਜ਼ੇ ਦੇ ਨਾਲ ਪਾਰਟੀ ਕਰ ਰਿਹਾ, ਅਭੀ ਆਪਣਾ ਇੰਜੋਏ ਕਰ ਰਿਹਾ। ਹਾਂਜੀ, ਤੇ ਉਹ ਥੱਲੇ ਦੀ ਲੂੰਬੜੀ ਲੰਘ ਰਹੀ, ਉਹਨੇ ਤਾਂ ਚੱਕ ਕੇ ਦੇਖਿਆ ਧੌਣ, ਵੀ ਹਾਏ ਹਾਏ ਅਸੀਂ ਇੱਧਰ ਭੁੱਖੇ ਤੁਰੇ ਫਿਰਦੇ, ਉੱਪਰ ਪਾਰਟੀਆਂ ਚ ਲੜੇ। ਉਹਨੇ ਕਿਹਾ ਵੀਰਾ ਵੇ ਵੀਰਾ, ਤੂੰ ਤੇ ਗਾਉਣਾ ਹੀ ਬਹੁਤ ਸੋਹਣਾ। ਅੱਛਾ, ਵੀ ਇੰਨਾ ਸੋਹਣਾ ਤੂੰ ਗਾਉਣਾ ਹੈ ਵੀ ਇਹ ਤਾਂ ਮੇਰੇ ਕੰਨ ਤਰਸ ਗਏ ਤੇਰਾ ਗਾਉਣ ਸੁਣਨ ਨੂੰ। ਡਾਇਲੌਗ ਬੜੇ ਸੋਹਣੇ ਮਾਰੇ ਉਹਨੇ। ਹਾਂ, ਵੀ ਤੂੰ ਮੈਨੂੰ ਕੋਈ ਗਾਣਾ ਹੀ ਸੁਣਾ ਦੇ, ਵੀ ਮੇਰੀ ਅੱਜ ਦੀ ਜਿਹੜੀ ਦਿਹਾੜੀ ਉਹ ਸਫਲ ਹੋ ਜਵੇ। ਉਹਨੇ ਕੀ ਕੀਤਾ, ਚੁੰਝ ਦੇ ਵਿੱਚ ਜਿਹੜਾ ਫੜਿਆ ਹੋਇਆ ਸੀ ਨਾ ਪਨੀਰ ਦਾ ਟੁਕੜਾ, ਉਹ ਸਾਈਡ ਤੇ ਰੱਖਿਆ। ਸਾਈਡ ਤੇ ਰੱਖ ਕੇ ਕਹਿੰਦਾ, ਬਾਲਾ ਵਾਹਿਆਤ ਬਕਵਾਸ ਨਾ ਕਰ, ਮੈਨੂੰ ਸਭ ਪਤਾ ਤੁਹਾਡੇ ਟੱਬਰ ਦਾ ਤੇ ਤੁਹਾਡੇ ਖਾਨਦਾਨ ਦਾ। ਤੁਸੀਂ ਸਾਨੂੰ ਇਦਾਂ ਹੀ ਲਾਲਚਾਂ ਦੇ ਵਿੱਚ ਭਰਮਾ ਕੇ, ਸਾਡੀਆਂ ਕਰਕੇ ਝੂਠੀਆਂ ਤਾਰੀਫਾਂ, ਸਾਡੀਆਂ ਕਰਕੇ ਸਿਫਤਾਂ, ਇਹ ਸਾਡੇ ਬਾਬਿਆਂ ਦਾਦਿਆਂ ਕੋਲੇ ਪਨੀਰ ਖੋ ਰਿਹਾ ਸੀਗਾ, ਹੁਣ ਨਹੀਂ ਖੋ ਸਕਦੇ। ਪਰ ਕੀ ਕਰੀਏ, ਸਾਡੇ ਵੋਟਰ ਜਿਹੜੇ ਆ, ਸਾਡੀ ਪੰਜਾਬ ਦੀ ਜਨਤਾ ਜਿਹੜੀ ਹੈ, ਉਹ ਹਾਲੇ ਵੀ ਮੂੰਹ ਦੇ ਵਿੱਚੋਂ ਪਨੀਰ ਸੁੱਟਣ ਨੂੰ ਤਿਆਰ ਬੈਠੀ ਹੈ। ਬਿਲਕੁਲ, ਔਰ ਉਧਰ ਇਸੇ ਕਰਕੇ ਹੀ, ਇਸੇ ਗੱਲ ਦਾ ਫਾਇਦਾ ਚੁੱਕ ਕੇ ਜਿਹੜੇ ਲੀਡਰ ਨੇ ਉਹ ਜੋ ਜੀ ਵਿਕਾਸ ਦੇ ਨਾਮ ਤੇ ਫਿਰ ਤੋਂ ਵੋਟਾਂ ਲੱਭਣ ਤੁਰੇ ਹੋਏ ਨੇ। ਲਓ ਜੀ, ਕਹਿਣ ਦਾ ਮਤਲਬ ਹੈ ਕਿ ਸਾਰੇ
ਜਿੰਨੀਆਂ ਵੀ ਸਿਆਸੀ ਪਾਰਟੀਆਂ ਉਹ ਕਹਿੰਦੀਆਂ ਕਿ ਸਾਡੇ ਹੀ ਰਾਜਕਾਲ ਦੇ ਵਿੱਚ ਵਿਕਾਸ ਹੋਇਆ ਸੀ। ਅਕਾਲੀ ਕਹਿੰਦੇ ਸਾਡੇ ਰਾਜਕਾਲ ਦੇ ਵਿੱਚ ਵਿਕਾਸ ਹੋਇਆ ਸੀ, ਕਾਂਗਰਸ ਵਾਲੇ ਕਹਿੰਦੇ ਸਾਡੇ 'ਚ ਹੋਇਆ, ਉਧਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਉਹ ਅਸੀਂ ਬਹੁਤ ਵਿਕਾਸ ਕਰ ਦਿੱਤਾ ਦਿੱਲੀ ਦੇ ਵਿੱਚ, ਵਿਕਾਸ ਦੇ ਨਾਂ ਤੇ ਵੋਟਾਂ ਮੰਗਣੀਆਂ। ਏਦਾਂ ਹੀ ਕੋਈ ਲੀਡਰ ਚੱਕਿਆ ਚਕਾਇਆ ਵਿਕਾਸ ਦਾ, ਉਹ ਚਲ ਗਿਆ ਕਿਸੇ ਬਸਤੀ ਦੇ ਵਿੱਚ ਤੇ ਉੱਥੇ ਕੋਈ ਬੁੜੀ ਵਿਚਾਰੀ ਖੜੀ ਆ, ਉਹਨੂੰ ਕਹਿੰਦਾ ਬੀਬੀ ਵੋਟਾਂ ਪਾਉਣੀਆਂ ਸਾਨੂੰ, ਹਾਂ ਅਸੀਂ ਆਵਾਂਗੇ ਤੇ ਵਿਕਾਸ ਹੋਊਗਾ। ਉਹ ਕਹਿੰਦੇ ਚੱਲ ਕੰਮ ਕਰ, ਝੂਠ ਬੋਲਦਾ ਤੂੰ, ਆਊਂਗਾ ਵਿਕਾਸ ਹੋਊਗਾ, ਪਿਛਲੀ ਵਾਰ ਵੀ ਆਇਆ ਸੀ ਪੈਂਕੀ ਹੋਈ ਆ। ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਇਹ ਕਹਿ ਕੇ ਕੁਛ ਜਾਂਦੇ, ਹੁੰਦਾ ਕੁਛ ਹੋ ਰਿਹਾ। ਇੱਥੇ ਦੁਨੀਆ ਦੇ ਵਿੱਚ ਸਾਨੂੰ ਇਹਨਾਂ ਲੀਡਰਾਂ ਨੇ ਇੰਨਾ ਭਰਮਾਇਆ ਪਿਆ। ਚੋਣ ਕਮਿਸ਼ਨਰ ਦਾ ਇੱਕ ਬਹੁਤ ਵੱਡਾ ਤੇ ਸੋਹਣਾ ਫੈਸਲਾ ਆਇਆ ਔਰ ਉਸ ਫੈਸਲੇ ਦੀ ਮੈਂ ਦਾਦ ਦਿੰਦਾ ਕਿ ਇੰਨਾ ਖੂਬਸੂਰਤ ਫੈਸਲਾ ਕੀਤਾ ਹੈ ਔਰ ਉਹਨਾਂ ਨੇ ਮੀਟਿੰਗ ਕੀਤੀ ਸਾਰੀਆਂ ਸਿਆਸੀ ਧਿਰਾਂ ਦੇ ਨਾਲ ਚੋਣ ਜਾਇਜ਼ਾ ਲੈਣ ਦੇ ਵਾਸਤੇ। ਉਹਨਾਂ ਨੇ ਕਿਹਾ ਕਿ ਜਿਹੜਾ ਲੀਡਰ ਫ੍ਰੀ ਦੇ ਲਾਲਚ ਦਊਗਾ ਆਪਣੀਆਂ ਵੋਟਾਂ ਦੇ ਵਿੱਚ, ਆਪਣੀਆਂ ਰੈਲੀਆਂ ਦੇ ਵਿੱਚ, ਉਹਦਾ ਉਹ ਖਰਚਾ ਜਿਹੜਾ ਉਹਦੇ ਚੋਣ ਖਰਚੇ ਦੇ ਵਿੱਚ ਐਡ ਕੀਤਾ ਜਾਊਗਾ। ਜੀ ਬਹੁਤ ਵਧੀਆ। ਸ਼ਰਾਬ ਦੇ ਨਾਮ ਤੇ ਵੋਟਾਂ ਮੰਗਣ ਤੋਂ ਵਰਜਿਆ ਉਹਨਾਂ ਨੇ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਲਾਲਚ ਦਿੰਦੇ ਨੇ ਔਰ ਉਹਨਾਂ ਲਾਲਚਾਂ ਨੂੰ ਕਹਿੰਦੇ ਕਿ ਅਸੀਂ ਤੁਹਾਡੇ ਚੋਣ ਖਰਚਿਆਂ ਦੇ ਵਿੱਚ ਕਾਊਂਟ ਕਰਾਂਗੇ ਔਰ ਜੇਕਰ ਇਸ ਤਰ੍ਹਾਂ ਸੱਚੀ ਮੁੱਚੀ ਹੋ ਗਿਆ ਤਾਂ ਬਹੁਤ ਵਧੀਆ ਗੱਲ ਹੋਗੀ। ਘੱਟੋ ਘੱਟ ਸਾਨੂੰ ਇਹ ਸੱਚ ਤੇ, ਖੈਰ ਸੱਚ ਤਾਂ ਕੀ ਬੋਲਣਾ, ਇਹਨਾਂ ਨੇ ਕਿੱਥੇ ਮੇਰੇ ਮੂੰਹ ਦੇ ਵਿੱਚੋਂ ਨਿਕਲ ਚੱਲਿਆ ਸੀ ਕਿ ਸੱਚ ਬੋਲਣਗੇ, ਸੱਚ ਨਹੀਂ ਬੋਲਦੇ, ਪਰ ਇਹ ਥੋੜਾ ਜਿਹਾ ਸੱਚ ਦੇ ਹੋ ਸਕਦਾ ਨੇੜੇ ਕਿਤੇ ਹੋ ਜਾਣ। ਜੋਗੀ ਜੀ, ਕਿੰਨੇ ਪਾਣੀ 'ਚ ਲੀਡਰ ਸਾਰੇ ਜਾਣਦੇ ਨੇ, ਪਰ ਇਹਦੇ ਬਾਵਜੂਦ ਲੀਡਰ ਜਿਹੜੇ ਨੇ, ਕੀ ਕਹੀਏ ਹੁਣ ਇਹਨਾਂ ਬਾਰੇ, ਇੰਨੇ ਧੜੱਲੇ ਦੇ ਨਾਲ ਗੱਲਾਂ ਕਰਦੇ ਨੇ। ਇਹਨਾਂ ਨੂੰ ਲੱਗਦਾ ਹੈ ਕਿ ਹੁਣ ਜਿਵੇਂ ਨਾ ਇਸ ਹਮਾਮ ਮੇ ਸਭੀ ਨੰਗੇ ਹੈ, ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਦੀ ਅਸਲੀਅਤ ਕੀ ਹੈ। ਹੁਣ ਇੱਕ ਕੇਂਦਰੀ ਮੰਤਰੀ ਹੋਰਾਂ ਦਾ ਬਿਆਨ ਆਇਆ, ਕਹਿੰਦੇ ਨੇ ਕਿ ਗਰੀਬਾਂ ਦੇ ਪੈਸਿਆਂ ਤੋਂ ਅਸੀਂ ਸੜਕਾਂ ਬਣਾਵਾਂਗੇ। ਸੜਕਾਂ ਤਾਂ ਪਹਿਲਾਂ ਵੀ ਗਰੀਬਾਂ ਦੇ ਪੈਸਿਆਂ ਨਾਲ ਹੀ ਬਣਦੀਆਂ, ਸਾਡੀਆਂ ਜੇਬਾਂ ਦੇ ਵਿੱਚ ਹੱਥ ਪਾਉਂਦੇ ਉਹ। ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਦਾ ਬਿਆਨ ਇਹ ਹੈ ਕਿ ਸੱਚਮੁੱਚ ਅਸੀਂ ਹੁਣ ਗਰੀਬਾਂ ਦੇ ਪੈਸਿਆਂ ਦੇ ਨਾਲ ਸੜਕਾਂ ਬਣਾਵਾਂਗੇ। ਇਹ ਕੇਂਦਰੀ ਮੰਤਰੀ ਜਿਹੜੇ ਨਿਤਿਨ ਗਡਕਰੀ ਹੈਗੇ ਆ, ਉਹਨਾਂ ਦਾ ਬਿਆਨ ਮੰਤਰੀ, ਉਹਨਾਂ ਨੇ ਇਹ ਕਿਹਾ ਕਿ ਹੁਣ ਅਸੀਂ ਸੜਕਾਂ ਦੇ ਵਾਸਤੇ ਵੱਡੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਕੋਲੋਂ ਅਸੀਂ ਪੈਸਾ ਨਹੀਂ ਲਵਾਂਗੇ। ਜਿਹੜੇ ਵੱਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਅੰਬਾਨੀ, ਅਡਾਨੀ, ਜਿੰਦਲ, ਮਿੱਤਲ, ਟਾਟਾ ਵਗੈਰਾ ਕਹਿੰਦੇ ਆ, ਕਿ ਉਹਨਾਂ ਦੇ ਹੁਣ ਅੱਗੇ ਅਸੀਂ ਹੱਥ ਨਹੀਂ ਅੱਡਾਂਗੇ। ਹੁਣ ਅਸੀਂ ਗਰੀਬਾਂ ਦੇ ਕੋਲ ਪੈਸੇ ਲੈ ਕੇ ਸੜਕਾਂ ਬਣਾਵਾਂਗੇ। ਜਿੱਦਣ ਦੀ ਉਹਨਾਂ ਨੇ ਇਹ ਗੱਲ ਕਹੀ ਹੈ, ਮੈਂ ਤੇ ਆਪ 100 ਰੁਪਏ ਜੇਬ ਦੇ ਵਿੱਚ ਪਾ ਕੇ ਰੱਖਿਆ ਹੋਇਆ ਕਿ ਭਾਈ ਮੇਰੇ ਤੋਂ ਲੈ ਕੇ ਬਣਾ ਦਿਓ ਸੜਕ ਦਾ ਟੋਟਾ ਕੋਈ ਮਾੜਾ ਮੋਟਾ। ਹਾਂਜੀ, ਦੇਖੋ ਸਾਡੇ ਕੋਲ ਪੈਸੇ ਲੈ ਕੇ ਸੜਕਾਂ ਬਣਾਉਣਗੇ। ਕਹਿਣ ਦਾ ਮਤਲਬ ਇਹ ਹੈ ਕਿ ਜਿੰਨੇ ਟੈਕਸ ਦੇ ਰਹੇ ਨੇ ਕਰਦਾਤਾ ਨੇ, ਉਹਨਾਂ ਦੇ ਪੈਸੇ ਦੇ ਨਾਲ ਹੀ ਇਹ ਵਿਕਾਸ ਹੁੰਦਾ ਹੈ। ਬਿਲਕੁਲ ਸਹੀ। ਉਹਨਾਂ ਦੇ ਪੈਸੇ ਦੇ ਨਾਲ ਦੇਸ਼ ਚੱਲਦਾ ਹੈ। ਦੇਸ਼ ਦੇ ਆਪਣੀ ਕੋਈ ਹੱਟੀ ਨਹੀਂ ਖੋਲੀ ਹੋਈ, ਆਪਣੀ ਕੋਈ ਇਹਨਾਂ ਦੀ ਕਰਿਆਨੇ ਦੀ ਦੁਕਾਨ ਨਹੀਂ, ਕੋਈ ਆਪਣੀ ਕੋਈ ਇਹਨਾਂ ਦਾ ਸ਼ਰਾਬ ਦਾ ਠੇਕਾ ਨਹੀਂ ਹੈਗਾ, ਕੋਈ ਆਪਦੇ ਇਹਨਾਂ ਦੇ ਟਰੱਕ ਟ੍ਰੇਲਰ ਨਹੀਂ ਚੱਲਦੇ। ਜਿੰਨੇ ਕਰਦਾਤਾ ਹੈਗੇ ਨੇ, ਟੈਕਸ ਪੇਅਰ ਹੈਗੇ ਨੇ, ਉਹਨਾਂ ਦੇ ਨਾਲ ਇਹ ਸਾਰਾ ਕੰਮ ਚੱਲਦਾ ਹੈ। ਪਰ ਉਹਨਾਂ ਦੇ ਪੈਸਿਆਂ ਨਾਲ ਤੁਸੀਂ ਸੜਕਾਂ ਬਣਾ ਲਓ, ਜਹਾਜ਼ ਖਰੀਦ ਲਓ, ਤੁਸੀਂ ਹੋਰ ਇਨਫਰਾਸਟ੍ਰਕਚਰ ਬਣਾ ਲਓ, ਪਰ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ, ਭਾਰਤ ਦੀ ਜੇਕਰ ਅਸੀਂ ਗੱਲ ਕਰੀਏ, ਪਿੱਛੇ ਜੇ ਲਾਕਡਾਊਨ ਜਦੋਂ ਲੱਗਾ ਕਰੋਨਾ ਕਾਲ ਦੇ ਦੌਰਾਨ, ਉਹਨਾਂ ਕਰਦਾਤਿਆਂ ਨੂੰ ਇਸ ਸਰਕਾਰ ਨੇ ਕੀ ਦਿੱਤਾ? ਬਾਕੀ ਵਿਦੇਸ਼ਾਂ ਦੀ ਗੱਲ ਕਰੀਏ ਤੇ ਵਿਦੇਸ਼ਾਂ ਦੇ ਵਿੱਚ ਕਈਆਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਗਏ ਕਿ ਹੁਣ ਸਾਡਾ ਵੇਲਾ, ਸਰਕਾਰ ਨੇ ਕਿਹਾ ਸਾਡਾ ਵੇਲਾ ਦੇਣ ਦਾ। ਇਹਨਾਂ ਨੇ ਤੇ ਪ੍ਰਧਾਨ ਮੰਤਰੀ ਰਾਹਤ ਕੋਸ਼ ਦੇ ਵਿੱਚ ਕੀ ਗਿਆ ਉਹਦੇ ਬਾਰੇ ਵੀ ਜਾਣਕਾਰੀ ਨਹੀਂ, ਉਹ ਕਹਿੰਦੇ ਅਸੀਂ ਨਹੀਂ ਦੱਸਣਾ, ਵੀ ਜੋ ਆਵੇ ਸੋ ਬਸ ਠੀਕ ਹੈ ਸਾਡਾ ਹੀ ਆ, ਅਸੀਂ ਨਹੀਂ ਦੱਸਦੇ ਤੁਹਾਨੂੰ। ਹੁਣ ਕਹਿਣ ਦਾ ਮਤਲਬ ਹੈ ਕਿ ਟੈਕਸ ਤਾਂ ਪੇ ਕਰਦੇ ਆ ਲੁਕਵੇਂ ਤੌਰ ਤੇ, ਭਾਵੇਂ ਅਸੀਂ ਸਵੇਰ ਨੂੰ ਉੱਠ ਕੇ ਬ੍ਰੈਡ ਵੀ ਲੈ ਆਈਏ, ਟੈਕਸ ਤਾਂ ਉਹਦੇ ਉੱਪਰ ਵੀ ਜਾਂਦਾ ਹੀ ਆ। ਭਾਰਤ ਵਿੱਚ ਵੀ ਲੋਕ ਭਾਵੇਂ ਥੋੜੇ ਨੇ ਟੈਕਸ ਦੇਣ ਵਾਲੇ, ਪਰ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਕੀ ਸਹੂਲਤ ਦਿੱਤੀ? ਕੋਈ ਸਹੂਲਤ ਦਿੱਤੀ? ਹੁਣ ਤੁਸੀਂ ਗਰੀਬਾਂ ਦੇ ਕੋਲੋਂ ਕਹਿੰਦੇ ਪੈਸੇ ਲੈ ਕੇ ਅਸੀਂ ਸੜਕਾਂ ਬਣਾਉਣੀਆਂ, ਲੈ ਲਓ ਰਮਣੀਕ ਕੌਰ ਦੇ ਕੋਲੋਂ 15,000 ਰੁਪਇਆ। 15 ਲੱਖ ਤਾਂ ਦਿਓ ਪਹਿਲਾਂ ਮੇਰਾ। ਉਹ ਤਾਂ ਤੈਨੂੰ ਚਲੋ ਉਹਦੇ ਤੋਂ ਹੀ ਵਿਆਜ ਲੈਣਾ ਸੀ ਜਿਹੜਾ ਪਹਿਲਾਂ ਦਿੱਤਾ ਹੋਇਆ। ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਦੇਖੋ ਸ਼ਮੂਲੀਅਤ ਸਰਕਾਰ ਦੀ ਤੇ ਜਨਤਾ ਦੀ ਹੋਣੀ ਚਾਹੀਦੀ ਹੈ। ਇੱਕ ਦੂਸਰੇ ਦੇ ਨਾਲ ਹੱਥ ਫੜ ਕੇ ਅੱਗੇ ਵਧਣੇ ਚਾਹੀਦੇ ਨੇ, ਪਰ ਜਦੋਂ ਔਖੀ ਘੜੀ ਆਵੇ ਸਰਕਾਰ ਉਹਨਾਂ ਦੀ ਬਾਂਹ ਛੱਡ ਦੇਵੇ, ਹੋਣੀ ਏਦਾਂ ਵੀ ਨਹੀਂ ਚਾਹੀਦੀ। ਕਿਉਂਕਿ ਜਦੋਂ ਵੋਟਾਂ ਵੇਲੇ ਬਾਂਹ ਛੱਡੀ ਫਿਰ ਇਹਨਾਂ ਨੂੰ ਤੜੰਗ ਲੱਗਣਾ। ਉਧਰ ਦੂਜੇ ਪਾਸੇ ਇਹ ਆਮ ਜਨਤਾ ਜਿਹੜੀ ਹੈ, ਇਹ ਹੁਣ ਚਾਹੁੰਦੀ ਹੈ ਵੀ ਟੋਲ ਟੈਕਸ ਜਿਹੜੇ ਨੇ ਬਹੁਤ ਜ਼ਿਆਦਾ ਵਧਾ ਦਿੱਤੇ ਨੇ, ਦੁੱਗਣੇ ਚੌਗਣੇ ਕਰ ਦਿੱਤੇ ਨੇ। ਇਹ ਕਿਸਾਨਾਂ ਦੇ ਉੱਪਰ ਹੀ ਟੇਕ ਲਾਈ ਹੋਈ ਹੈ ਵੀ ਕਿਸਾਨ ਹੀ ਹੁਣ ਅੰਦੋਲਨ ਕਰਨ, ਉਹੀ ਧਰਨੇ ਲਾਉਣ ਤੇ ਇਹ ਜਿਹੜਾ ਟੋਲ ਟੈਕਸ ਦੇ ਵਾਧੇ ਆ ਉਹਦੇ ਤੇ ਕੋਈ ਰੋਕ ਪਾਉਣ। ਜੀ, ਔਰ
ਪੰਜਾਬ ਦੇ ਵਿੱਚ ਇੱਕ ਟੋਲ ਪਲਾਜ਼ੇ ਦੇ ਉੱਪਰ ਉੱਥੇ ਉਹਨਾਂ ਨੇ ਲਗਾਤਾ ਧਰਨਾ ਕਿਸਾਨਾਂ ਵੱਲੋਂ ਕਿ ਭਾਈ ਅਸੀਂ ਇੱਥੇ ਨਹੀਂ ਟੋਲ ਵਧਾਉਣ ਦੇਣੇ ਹੈ ਨਾ, ਕਿਉਂਕਿ ਜਿੱਦਾਂ ਹੀ ਧਰਨਾ ਸਾਰੇ ਮੁੱਕੇ ਨੇ ਉਹਨਾਂ ਨੇ ਦੂਸਰੇ ਦਿਨ ਹੀ ਸਾਫ ਸਫਾਈਆਂ ਕਰਕੇ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਆਪਣੇ ਪ੍ਰੋਗਰਾਮ ਦੇ ਵਿੱਚ, ਕਿ ਉਹਨਾਂ ਨੇ ਰੇਟ ਵਧਾ ਦਿੱਤੇ ਨੇ। ਹੁਣ ਆਮ ਜਨਤਾ, ਕਾਰਾਂ ਤੁਸੀਂ ਲਗਾਉਣੀਆਂ, ਕਾਰਾਂ ਮੈਂ ਲਗਾਉਣੀਆਂ ਜਾਂ ਕਾਰਾਂ ਦੂਸਰੇ ਨੇ ਲਗਾਉਣੀਆਂ, ਤੇ ਅਸੀਂ ਤਾਂ ਕੰਮ ਆਪਣੇ ਤਾਂ ਅਸੀਂ ਚਾਹੁੰਦੇ ਕਿ ਸਸਤਾ ਹੋ ਜਾਵੇ ਟੋਲ ਟੈਕਸ, ਪਰ ਧਰਨੇ ਲਾਉਣ ਕਿਸਾਨ ਠੰਡ ਦੇ ਵਿੱਚ, ਮੀਂਹ ਦੇ ਵਿੱਚ, ਹਨੇਰੀ ਦੇ ਵਿੱਚ, ਧੁੱਪਾਂ ਦੇ ਵਿੱਚ ਕਿੰਨਾ ਕੁ ਸਾਥ ਦਿੱਤਾ ਜਾ ਰਿਹਾ। ਹਾਂ ਦੇਖੋ ਗੱਲ ਇਹ ਹੈ ਕਿ ਕਿਸਾਨਾਂ ਦੇ ਧਰਨੇ ਦੇ ਵਿੱਚ ਲੋਕਾਂ ਨੇ ਸਾਥ ਦਿੱਤਾ, ਪਰ ਹੁਣ ਇਸ ਵੇਲੇ ਜੇਕਰ ਤੁਸੀਂ ਕਹਿੰਦੇ ਕਿ ਟੋਲ ਟੈਕਸ ਵੱਧ ਰਹੇ ਨੇ, ਉਹਦੇ ਵਾਸਤੇ ਵੀ ਕਿਸਾਨ ਧਰਨਾ ਲਾਉਣ। ਕਿਉਂ ਬਈ? ਕਿਸਾਨ ਵਿਹਲੇ ਨੇ, ਕਿਸਾਨ ਹੀ ਕਿਉਂ ਮੋਰੇ ਹੋਣ? ਤੁਸੀਂ ਆ ਜਾਓ ਮੋਰੇ, ਤੁਸੀਂ ਆਣ ਕੇ ਧਰਨੇ ਲਗਾ ਲਓ। ਤੁਸੀਂ ਕਿਉਂ ਨਹੀਂ ਬੋਲਦੇ? ਇੱਥੇ ਬੈਂਕਾਂ ਦੇ ਵਿੱਚ ਸਾਡੇ ਪੈਸੇ ਕਢਾਉਣ ਤੇ ਟੈਕਸ ਲੱਗ ਗਿਆ, ਪੈਸੇ ਜਮ੍ਹਾਂ ਕਰਾਉਣ ਤੇ ਟੈਕਸ ਲੱਗ ਗਿਆ। ਬੈਂਕ ਦੇ ਮੋਹਰ ਦੀ ਤੁਸੀਂ ਲੰਘ ਜਾਓ, CCTV ਦੇ ਵਿੱਚ, ਕੈਮਰੇ ਦੇ ਵਿੱਚ ਕਿਸੇ ਤੁਸੀਂ ਆ ਜਾਓ, ਤੁਹਾਨੂੰ ਤਾਂ ਟੈਕਸ ਲਾਉਣ ਨੂੰ ਫਿਰਦੇ ਨੇ। ਪੈਟਰੋਲ ਵੱਧਦਾ, ਤੁਸੀਂ ਤਾਂ ਨਹੀਂ ਕੋਈ ਬੋਲਦਾ। ਇਸੇ ਕਰਕੇ ਸਰਕਾਰ ਤੁਹਾਡੀ ਸੰਘੀ ਨੱਪ ਰਹੀ ਹੈ। ਇਨਫਰਾਸਟ੍ਰਕਚਰ ਜਿਹੜਾ ਸਾਡਾ ਜੋਗੀ ਜੀ, ਉਹੀ ਇੱਕ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ, ਔਰ ਉਹਦੇ ਵਿੱਚ ਸਭ ਤੋਂ ਪਹਿਲਾ ਨੰਬਰ ਆਉਂਦਾ ਹੈ ਸਿੱਖਿਆ ਦਾ। ਜੇ ਅਸੀਂ ਸਿੱਖਿਅਤ ਹੋਵਾਂਗੇ ਤਾਂ ਹੀ ਅੱਗੇ ਵਧਾਂਗੇ। ਅੱਜ ਇੱਕ ਗਰੀਬ ਆਦਮੀ ਨੂੰ, ਇੱਕ ਛੋਟੇ ਜਿਹੇ ਬੱਚੇ ਨੂੰ ਵੀ ਪਤਾ ਹੈ ਕਿ ਸਿੱਖਿਆ ਦਾ ਕੀ ਉਹਦਾ ਰੋਲ ਹੈ ਔਰ ਕਿਹਦੇ ਨਾਲ ਉਹ ਅੱਗੇ ਵੱਧ ਸਕਦਾ ਹੈ, ਵੀ ਸਿੱਖਿਆ ਜ਼ਿਆਦਾ ਜ਼ਰੂਰੀ ਹੈ। ਪਰ ਜੇ ਅਸੀਂ ਗੱਲ ਕਰੀਏ ਪ੍ਰਗਟ ਸਿੰਘ ਹੋਰਾਂ ਦੀ, ਸਿੱਖਿਆ ਮੰਤਰੀ ਨੇ ਪੰਜਾਬ ਦੇ, ਉਹ ਖੁਦ ਇਹ ਗੱਲ ਮੰਨਦੇ ਨੇ ਕਿ ਸਿੱਖਿਆ ਦਾ ਮਿਆਰ ਬੜਾ ਉੱਚਾ ਹੋਣਾ ਚਾਹੀਦਾ ਹੈ, ਸਿੱਖਿਆ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਤੇ ਉਹਨੂੰ ਬਿਹਤਰ ਬਣਾਉਣ ਲਈ ਅਸੀਂ ਸਭ ਕੁਝ ਕਰਾਂਗੇ। ਜੀ, ਕਰਨਾ ਵੀ ਚਾਹੀਦਾ, ਕਿਉਂਕਿ ਸਿੱਖਿਆ ਮੰਤਰੀ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਜਿਹੜੇ ਸਿੱਖਿਆ ਅਦਾਰੇ ਨੇ ਉਹਨਾਂ ਨੂੰ ਚੰਗਾ ਬਣਾਇਆ ਜਾਵੇ, ਉਹਨਾਂ ਦੇ ਅੰਦਰ ਮਾਹੌਲ ਚੰਗਾ ਪੈਦਾ ਕੀਤਾ ਜਾਵੇ, ਔਰ ਜਿਹੜੀ ਉੱਥੇ ਸਿੱਖਿਆ ਮਿਲਦੀ ਹੈ ਉਹਨੂੰ ਵੀ ਸਮੇਂ ਦੇ ਹਾਣ ਦੀ ਕੀਤਾ ਜਾਵੇ। ਅੱਜ ਜੇਕਰ ਅਸੀਂ ਕਹੀਏ ਕਿ ਸਮਾਰਟ ਸਕੂਲਾਂ ਦਾ ਬੜਾ ਰੌਲਾ ਹੈ ਪੰਜਾਬ ਦੇ ਵਿੱਚ, ਕਿ ਬਹੁਤ ਸਾਰੇ ਸਕੂਲ ਸਮਾਰਟ ਬਣ ਗਏ ਨੇ। ਆਮ ਆਦਮੀ ਪਾਰਟੀ ਵਾਲੇ ਕਿਤੇ ਲੁਕਵੇਂ ਛੁਪਵੇਂ ਤਰੀਕੇ ਦੇ ਨਾਲ ਸਕੂਲਾਂ ਦੀਆਂ ਤਸਵੀਰਾਂ ਕੱਢ ਕੇ ਲਿਆਉਂਦੇ ਨੇ, ਕਹਿੰਦੇ ਨੇ ਕਿ ਆਹ ਹੀ ਤੁਹਾਡੇ ਸਕੂਲ। ਠੀਕ ਹੈ ਨਾ? ਕਹਿਣ ਦਾ ਮਤਲਬ ਹੈ ਕਿ ਅਸਲ ਵਿੱਚ ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਕਹਿਣਾ ਕਿ ਇਹ ਇੱਕ ਦੂਸਰੇ ਦੇ ਪੋਲੀਟੀਕਲ ਵਿਰੋਧੀ ਨੇ ਤੇ ਤਾਂ ਕਰਕੇ ਇੱਕ ਦੂਸਰੇ ਦੀਆਂ ਲੱਤਾਂ ਖਿੱਚਦੇ ਨੇ, ਪਰ ਅਸਲ ਸਮਾਰਟ ਸਕੂਲਾਂ ਦੀ ਸੱਚਾਈ ਉੱਥੋਂ ਪੜ੍ਹਦੇ ਬੱਚੇ ਹੀ ਦੱਸ ਸਕਦੇ ਨੇ। ਇਹ ਆਪਣਾ ਮੇਰਾ ਨਿੱਜੀ ਤਜਰਬਾ, ਬੱਚਾ ਸਾਡਾ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ ਹੈ, ਠੀਕ ਹੈ, ਉੱਥੇ ਉਹ ਸਰਕਾਰੀ ਸਕੂਲ ਦੇ ਵਿੱਚ ਪਹਿਲਾਂ ਉਹ ਕਨਵੈਂਟ ਸਕੂਲੇ ਪੜ੍ਹਦਾ ਸੀ, ਕਨਵੈਂਟ ਸਕੂਲ ਤੋਂ ਸਰਕਾਰੀ ਸਕੂਲ ਦੇ ਵਿੱਚ ਗਿਆ। ਇੱਕ ਦਿਨ ਉਹ ਘਰ ਦੇ ਵਿੱਚ ਨਕਲ ਲਗਾ ਰਿਹਾ ਸਰਕਾਰੀ ਸਕੂਲਾਂ ਦੀ ਤੇ ਕਨਵੈਂਟ ਸਕੂਲਾਂ ਦੇ ਉਹਨਾਂ ਦੇ ਅਧਿਆਪਕਾਂ ਦੀ। ਕੰਪੈਰੀਜ਼ਨ ਦੇਖੋ ਉਸ ਬੱਚੇ ਦੀ ਕਲਾ ਦਾ। ਉਹਨੇ ਕਿਹਾ ਕਿ ਪਹਿਲਾਂ ਜਿਹੜੇ ਕਨਵੈਂਟ ਸਕੂਲਾਂ ਦੇ ਉਹ ਸਾਡੇ ਨਾਲ ਟੀਚਰ ਕਿੱਦਾਂ ਬਿਹੇਵ ਕਰਦੇ ਨੇ, ਉਹ ਜਦੋਂ ਕਹਿੰਦੇ ਕਲਾਸ ਵਿੱਚ ਆਉਂਦੇ ਨੇ ਬੜੇ ਡੀਸੈਂਟ ਤਰੀਕੇ ਦੇ ਨਾਲ, ਸੋਫਿਸਟੀਕੇਟਿਡ, ਹਾਂ, ਉਹ ਆਣ ਕੇ ਬੱਚੇ ਨੂੰ ਕਹਿੰਦੇ ਨੇ ਕੀਪ ਕੁਆਇਟ, ਕੋਈ ਨਹੀਂ ਬੋਲੇਗਾ, ਆਰਾਮ ਦੇ ਨਾਲ ਬੈਠੋ, ਓਪਨ ਯੂਰ ਬੁੱਕਸ, ਕਮ ਔਨ ਦੀ ਪੇਜ ਨੰਬਰ 35, कोई शोर शराबा नहीं, आप पिट जाओगे बेटा, नो 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 नो, ओके, मास्क लगाना है, हाँ बिल्कुल, सैनिटाइज करना है, उसके बाद टेबल को कोई हाथ नहीं लगाएगा। ये तो हो गए कॉन्वेंट स्कूलों ਦੇ। ਹੁਣ ਆ ਜਾਓ ਕਹਿੰਦੇ ਉਹ ਕਿ ਜਿਹੜੇ ਸਾਡੇ ਸਮਾਰਟ ਸਕੂਲ ਨੇ ਸਰਕਾਰੀ ਨੇ, ਉਹਨਾਂ ਦੇ ਅਧਿਆਪਕ ਪਹਿਲੀ ਗੱਲ ਤੇ ਉਹ ਕਲਾਸ ਦੇ ਵਿੱਚ ਬੈਠੇ ਹੁੰਦਿਆਂ ਹੋਇਆ ਵੀ ਕਲਾਸ ਦੇ ਵਿੱਚ ਹੁੰਦੇ ਨਹੀਂ, ਫੋਨ ਤੇ ਹੁੰਦੇ ਆ, WhatsApp ਆਪਣੇ ਚੈੱਕ ਕਰਦੇ ਰਹਿੰਦੇ ਨੇ। ਕਿਉਂਕਿ ਇਹ ਨਹੀਂ ਕਿ WhatsApp ਉਹਨਾਂ ਦੇ ਕਿਤੇ ਮਾਮੇ ਦਾ ਜਾਂ ਕਿਤੇ ਭੂਆ ਦੀ ਕੁੜੀ ਦਾ ਜਾਂ ਕਿਤੇ ਚਾਚੇ ਦਾ ਜਾਂ ਕਿਸੇ ਦਾ ਵੀ ਆਇਆ ਹੁੰਦਾ। ਸਰਕਾਰੀ ਵੀ ਬਹੁਤ ਕਰਦੇ ਆ, ਉਹਨਾਂ ਨੂੰ ਸਰਕਾਰੀ ਵੀ ਬਹੁਤ ਬੋਝ ਪਾਇਆ ਹੋਇਆ, ਕਦੀ ਮਿਡ ਡੇ ਮੀਲ ਵਾਲਿਆਂ ਦਾ ਆ ਗਿਆ, ਕਦੀ ਕੁਛ ਆ ਗਿਆ, ਕਦੀ ਕੁਛ ਆ ਗਿਆ, ਉਹ ਵਿਚਾਰੇ ਐਂ ਹੀ ਕਰਦੇ ਰਹਿੰਦੇ। ਸਰਕਾਰੀ ਸਕੂਲ ਦੇ ਅਧਿਆਪਕ ਕੀ ਕਰਦੇ? ਚੱਲ ਬਸ ਚੁੱਪ ਹੁਣ, ਨਾ 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 ਰੌਲਾ ਨਹੀਂ, ਮੈਂ ਹੱਡ ਸੇਕ ਦੇਣੀ ਹੈ। ਆ ਨਾਲੇ ਮੂੰਹ ਤੋਂ ਖੋਲ ਆਪਣਾ ਮਾਸਕ, ਜਾਂ ਦੇਖਾਂ ਤੂੰ ਕੌਣ ਆ। ਹਾਂ, ਵੱਡਾ ਤੈਨੂੰ ਚੰਬੜਦਾ ਕਰੋਨਾ। ਆ ਬੈਗ ਖੋਲ ਨਾਲੇ ਆਪਣਾ, ਦਿਖਾ ਵਿੱਚ ਕੱਲ ਦਾ ਕੰਮ ਕੀਤਾ। ਇਦਾਂ ਤੇ ਹਾਲਾਤ ਨੇ ਸਾਡੇ, ਕੀ ਕਰਾਂਗੇ ਅਸੀਂ? ਇਹ ਹੈ ਸਮਾਰਟ ਸਕੂਲ ਤੇ ਸਾਡੇ ਜਿਹੜੇ ਕਨਵੈਂਟ ਸਕੂਲ। ਕਹਿਣ ਦਾ ਮਤਲਬ ਇਹ ਹੈ ਕਿ ਸਾਰੇ ਬੱਚੇ ਜਿਹੜੇ ਕਨਵੈਂਟ ਸਕੂਲਾਂ 'ਚ ਨਹੀਂ ਪੜ੍ਹ ਸਕਦੇ, ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਸਕਦੇ ਆ, ਪਰ ਸਰਕਾਰੀ ਸਕੂਲਾਂ ਦੇ ਵਿੱਚ ਸਾਨੂੰ ਉਹੋ ਜਿਹੀ ਸਹੂਲਤ ਤਾਂ ਦਿਓ, ਉਹੋ ਜਿਹੀ ਫੈਸਿਲਿਟੀ ਤਾਂ ਦਿਓ, ਸਾਨੂੰ ਉੱਥੇ ਅੱਛੇ ਤਰੀਕੇ ਦੇ ਮਾਹੌਲ ਦਿਓ। ਅਧਿਆਪਕ ਉੱਥੇ ਕੋਈ ਸ਼ੱਕ ਨਹੀਂ ਕਿ ਕਾਬਲ ਨੇ, ਠੀਕ ਹੈ ਨਾ। ਕਨਵੈਂਟ ਸਕੂਲਾਂ ਦੇ ਵਿੱਚ ਅਧਿਆਪਕ ਜਿਹੜੇ ਹੋ ਸਕਦਾ ਘੱਟ ਪੜ੍ਹੇ ਲਿਖੇ ਹੋਣ, ਸਾਰਿਆਂ 'ਚ ਨਹੀਂ, ਪਰ ਹੋ ਸਕਦਾ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਘੱਟ ਪੜ੍ਹੇ ਲਿਖੇ ਹੋਣ, ਕੋਈ MA ਵਾਲਾ ਹੋ ਸਕਦਾ, BA ਵਾਲਾ ਹੋ, ਪਰ ਇੱਥੇ ਤਾਂ ਡਬਲ MA ਆ,
ਇੱਥੇ ਐਮਐਡ ਕੀਤੀਆਂ ਹੋਈਆਂ, ਬੀਐਡ ਕੀਤੀਆਂ ਹੋਈਆਂ, ਆਪਣੇ ਕੋਰਸ ਕੀਤੇ ਹੋਏ ਨੇ ਵੱਖਰੇ ਵੱਖਰੇ, ਔਰ ਹਰ ਵਾਰੀ ਇਹਨਾਂ ਦੇ ਟੈਸਟ ਹੁੰਦੇ ਨੇ, ਠੀਕ ਹੈ। ਉਹਨਾਂ ਦੀ ਬੋਲਬਾਣੀ, ਉਹਨਾਂ ਦੀਆਂ ਕਲਾਸਾਂ ਲੱਗਣੀਆਂ ਚਾਹੀਦੀਆਂ ਖੁਦ, ਕਿ ਤੁਸੀਂ ਬੱਚਿਆਂ ਦੇ ਮੂਹਰੇ ਆਪਣੇ ਆਪ ਨੂੰ ਗਰੂਮਿੰਗ ਕੀ ਕਰੋਗੇ ਤੁਸੀਂ ਬੱਚਿਆਂ ਦੀ, ਜਦ ਤੁਸੀਂ ਆਪ ਇਸ ਤਰੀਕੇ ਦੇ ਨਾਲ ਬਿਲਕੁਲ ਉਹਨਾਂ ਨੂੰ ਬੱਚਿਆਂ ਨੂੰ ਇੱਕ ਮੂਹਰੇ ਆਦਰਸ਼ ਮਾਡਲ ਟੀਚਰ ਚਾਹੀਦੇ ਨੇ। ਜ਼ਰੂਰਤ ਇੱਧਰ ਵੀ ਧਿਆਨ ਦੇਣ ਦੀ ਹੈ। ਬਿਲਕੁਲ ਜੀ, ਤੇ ਜ਼ਰੂਰਤ ਇਸ ਵੇਲੇ ਬ੍ਰੇਕ ਲੈਣ ਦੀ ਵੀ ਹੈ। ਵਾਪਸ ਆਉਂਦੇ ਹਾਂ ਬ੍ਰੇਕ ਤੋਂ ਬਾਅਦ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੁਹਾਡਾ ਸਵਾਗਤ ਪੰਜਾਬੀ ਸੱਥ ਪ੍ਰੋਗਰਾਮ ਦੇ ਵਿੱਚ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਾਥ ਬਣਿਆ ਹੋਇਆ ਜੀ ਇਸ ਵੇਲੇ ਚਰਨਜੀਤ ਜੋਗੀ ਤੇ ਰਮਣੀਕ ਕੌਰ ਦੇ ਨਾਲ। ਤੁਸੀਂ ਬੋਲ ਬਾਣੀ ਦੀ ਗੱਲ ਕੀਤੀ ਜੋਗੀ ਜੀ। ਬੋਲ ਬਾਣੀ ਜਿਹੜੀ ਹੈ ਇਨਸਾਨ ਦਾ ਗਹਿਣਾ ਹੁੰਦੀ ਹੈ। ਜਦੋਂ ਕੋਈ ਇਨਸਾਨ ਬੋਲਦਾ ਤੇ ਪਤਾ ਲੱਗਦਾ ਵੀ ਉਹ ਕਿੰਨੇ ਕੁ ਲੈਵਲ ਤੇ ਹੈ। ਇੱਥੇ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਗੱਲ ਸੁਣਾਉਣੀ ਚਾਹਨਾ ਜੀ ਬੋਲ ਬਾਣੀ ਤੋਂ। ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਹੋ ਜੀ। ਕਹਿੰਦੇ ਕਿ ਤੁਹਾਡੇ ਸੰਸਕਾਰਾਂ ਤੋਂ ਤੁਹਾਡੀ ਬੋਲਬਾਣੀ ਦਾ ਪਤਾ ਲੱਗਦਾ ਜੀ, ਠੀਕ ਹੈ ਨਾ। ਔਰ ਤੁਹਾਡੀ ਬੋਲਬਾਣੀ ਤੋਂ ਤੁਹਾਡੇ ਟੱਬਰ ਦਾ, ਪਰਿਵਾਰ ਦਾ, ਸਾਰਿਆਂ ਦਾ, ਖਾਨਦਾਨ ਦਾ ਪਤਾ ਲੱਗ ਜਾਂਦਾ ਹੈ। ਜੇਕਰ ਤੁਹਾਡੇ ਸੰਸਕਾਰ ਚੰਗੇ ਨੇ, ਤੁਹਾਡੀ ਬੋਲਬਾਣੀ ਚੰਗੀ ਹੋਗੀ, ਤੁਹਾਡੀ ਪਰਵਰਿਸ਼ ਚੰਗੀ ਹੋਈ ਹੈ, ਤੇ ਤੁਹਾਡਾ ਟੱਬਰ ਜਿਹੜਾ ਆ ਉਹ ਵੀ ਆਪਣੇ ਆਪ ਦੇ ਵਿੱਚ ਚੰਗਾ ਲੋਕਾਂ ਦੇ ਵੱਲੋਂ ਗਿਣਿਆ ਜਾਊਗਾ। ਇੱਥੋਂ ਹੀ ਪਤਾ ਲੱਗ ਜਾਂਦਾ। ਜੇਕਰ ਕੋਈ ਨਾ ਬੰਦਾ ਮਾੜਾ ਬੋਲਦਾ ਹੋਵੇ ਤੇ ਲੋਕੀ ਕਹਿੰਦੇ ਨੇ ਯਾਰ ਇਹ ਮਾੜੇ ਟੱਬਰ ਦਾ ਬੰਦਾ ਹੈ ਨਾ, ਇਹਦਾ ਖਾਨਦਾਨ ਨਹੀਂ ਚੰਗਾ। ਲੋਕੀ ਅੱਜ ਕੱਲ੍ਹ ਖਾਨਦਾਨਾਂ ਤੱਕ ਜਾਂਦੇ ਨੇ ਜਦੋਂ ਕੁੜੀਆਂ ਮੁੰਡੇ ਵਿਆਹੁੰਦੇ ਨੇ। ਸੋ ਇਸ ਕਰਕੇ ਸਾਨੂੰ ਬੋਲਬਾਣੀ ਦੇ ਉੱਪਰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ, ਤਵੱਜੋ ਦੇਣ ਦੀ ਲੋੜ ਹੈ। ਪਰ ਇੱਥੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਜਿਹੜੇ ਸਿਆਸੀ ਲੀਡਰ ਨੇ, ਇਹਨਾਂ ਦਾ ਟੱਬਰ ਕੀ ਹੈ, ਇਹਨਾਂ ਦਾ ਪਿਛੋਕੜ ਕੀ ਹੈ, ਕੋਈ ਇਹਨਾਂ ਨੂੰ ਕਿਉਂ ਨਹੀਂ ਵਰਜਦਾ? ਕਿਉਂਕਿ ਇਹ ਆਪਣੀ ਮਰਿਆਦਾ, ਆਪਣੀ ਭਾਸ਼ਾ ਦੇ ਉੱਪਰ ਜ਼ਰਾ ਵੀ ਤਵੱਜੋ ਨਹੀਂ ਦਿੰਦੇ। ਹੁਣ ਜਿਵੇਂ ਜਿਵੇਂ ਵੋਟਾਂ ਦਾ ਮਾਹੌਲ ਹੈ, ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ, ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ, ਔਰ ਇਹੋ ਜਿਹੀ ਬਿਆਨਬਾਜ਼ੀ ਹੈ ਇਸ ਹੱਦ ਤੱਕ ਡਿੱਗ ਜਾਂਦੇ ਨੇ। ਤਾਜ਼ਾ ਘਟਨਾਕ੍ਰਮ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਬਾਰੇ ਪਹਿਲਾਂ ਵੀ ਕਿਹਾ ਗਿਆ ਕਿ ਬੋਲ ਪੜਾਕ ਨੇ, ਉਹ ਬਹੁਤ ਜ਼ਿਆਦਾ ਬੋਲਦੇ ਨੇ ਔਰ ਮਰਿਆਦਾ ਦਾ ਧਿਆਨ ਨਹੀਂ ਰੱਖਦੇ। ਹੁਣ ਵੀ ਉਹਨਾਂ ਨੇ ਸੁਖਬੀਰ ਬਾਦਲ ਹੋਰਾਂ ਬਾਰੇ ਕਿਹਾ ਕਿ ਇਹ ਤਾਂ ਸੁੱਖਾ ਗੱਪੀ, ਸੁੱਖਾ ਅਮਲੀ, ਪਤਾ ਨਹੀਂ ਕੀ ਕਹਿੰਦੇ ਰਹਿੰਦੇ ਨੇ ਉਹ, ਵੀ ਇਹ ਫੁੱਟਬਾਲ ਖੇਡ ਰਿਹਾ ਸੀ, ਇੱਦਾਂ ਲੱਗ ਰਿਹਾ ਸੀ ਇੱਕ ਫੁੱਟਬਾਲ ਦੂਜੇ ਫੁੱਟਬਾਲ ਨਾਲ ਖੇਡ ਰਿਹਾ ਹੈ। ਡਾਇਨਾਸੌਰ ਧਰਤੀ ਤੇ ਆ ਜਾਣਗੇ ਪਰ ਇਹ ਜੀਜੇ ਸਾਲੇ ਦੀ ਜੋੜੀ ਕਦੇ ਨਹੀਂ ਆਏਗੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਕਹਿੰਦੇ ਸੀ ਸੜਕਾਂ ਤੇ ਬੰਬ ਸੁੱਟ ਦਿਓ, ਸੜਕਾਂ ਨਹੀਂ ਟੁੱਟਣਗੀਆਂ। ਪਰ ਹੁਣ ਪਤਾ ਨਹੀਂ ਲੱਗਦਾ ਵੀ ਟੋਏ 'ਚ ਸੜਕ ਹੈ ਕਿ ਸੜਕ 'ਚ ਟੋਏ ਨੇ। ਫਿਰ ਉਹ ਕਹਿੰਦੇ ਨੇ ਕਿ ਕੋਈ ਆਦਮੀ ਆਪਣੀ ਵੋਟੀ ਲੈ ਕੇ ਜਾ ਰਿਹਾ ਹੈ ਤੇ ਉਹ ਪਤਾ ਨਹੀਂ ਲੱਗਦਾ ਪਿੱਛੇ ਵੇਖਦਾ ਰਹਿ ਕੇ ਵੀ ਰਹਿ ਗਈ ਕਿ ਟਹਿ ਗਈ। ਇਹ ਅਲਫਾਜ਼, ਇਹ ਲਫ਼ਜ਼, ਇਹ ਮਰਿਆਦਾ ਕਿਸ ਹੱਦ ਤੱਕ ਗਿਰ ਗਈ? ਸਿਰਫ ਇਕੱਲੇ ਨਵਜੋਤ ਸਿੰਘ ਸਿੱਧੂ ਕਿਉਂ, ਹੋਰ ਵੀ ਬਹੁਤ ਸਾਰੇ ਲੀਡਰ ਨੇ ਜਦੋਂ ਬੋਲਦੇ ਨੇ ਤੇ ਭਾਸ਼ਾ ਇੰਨੀ ਜ਼ਿਆਦਾ ਗਲਤ ਵਰਤਦੇ ਨੇ ਕਿ ਇਹ ਸਮਝ ਨਹੀਂ ਆਉਂਦਾ ਵੀ ਆਪਣੇ ਵੋਟਰਾਂ ਨੂੰ, ਆਪਣੀ ਪੀੜ੍ਹੀ ਨੂੰ, ਜਨਰੇਸ਼ਨ ਨੂੰ ਕੀ ਸਿਖਾਉਣਗੇ। ਦੇਖੋ ਨਵਜੋਤ ਸਿੰਘ ਸਿੱਧੂ ਹੁਣੇ ਪ੍ਰਧਾਨ ਨੇ ਜੀ, ਔਰ ਵੱਡੇ ਲੀਡਰ ਨੇ, ਆਗੂ ਨੇ। ਵੱਡਿਆਂ ਲੀਡਰਾਂ ਨੂੰ ਇੱਕ ਆਦਰਸ਼ ਹੋਣਾ ਚਾਹੀਦਾ, ਦੂਸਰਿਆਂ ਦਾ, ਛੋਟਿਆਂ ਦਾ। ਛੋਟੇ ਉਹਨਾਂ ਵੱਲ ਦੇਖ ਕੇ ਕੀ ਕੰਮ ਕਰਨਗੇ, ਕੀ ਸਿੱਖਣਗੇ। ਸਿਆਸਤ ਦੇ ਵਿੱਚ ਵੀ ਆਦਰਸ਼ ਹੋਣੇ ਚਾਹੀਦੇ ਨੇ। ਮੈਂ ਇੱਕ ਆਪਣਾ ਨਿੱਜੀ ਤਜਰਬਾ ਤੁਹਾਡੇ ਨਾਲ ਸਾਂਝਾ ਕਰਾਂ ਜੀ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਮਰਹੂਮ IK ਗੁਜਰਾਲ ਸਾਹਿਬ ਜੀ, ਉਹ ਸਾਡੇ ਪਿੰਡ ਉਹਨਾਂ ਦਾ ਦਫ਼ਤਰ ਖੁੱਲ੍ਹਾ ਸੀ ਉਦੋਂ। ਮੈਂ ਉਹਨਾਂ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਫੀਤਾ ਕੱਟਣਾ ਸੀ ਨਾ, ਉਹਨਾਂ ਦੇ ਸਾਹਮਣੇ ਉਹ ਥਾਲੀ ਦੇ ਵਿੱਚ ਮਿਸ਼ਰੀ ਜੀ ਪਾ ਕੇ ਤੇ ਖੜਾ ਸੀ ਜੀ। ਤੇ ਉਸ ਤੋਂ ਬਾਅਦ ਜਦੋਂ ਬੈਠੇ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਅੰਕਲ, ਵੀ ਲੋਕ ਬੜੇ ਬੋਲਦੇ ਨੇ, ਸਾਰਾ ਕਹਿੰਦੇ ਨੇ, ਇੱਕ ਦੂਸਰੇ ਨੂੰ ਨਿੰਦਦੇ ਨੇ, ਤੁਸੀਂ ਵੀ ਥੋੜਾ ਜਿਹਾ ਤੱਤਾ ਹੋਇਆ ਕਰੋ। ਹਾਂ, ਵੀ ਤੁਹਾਡੇ ਖਿਲਾਫ ਬੋਲਦੇ, ਤੁਸੀਂ ਬੋਲਿਆ ਕਰੋ। ਉਹਨਾਂ ਦਾ ਜਵਾਬ ਸੁਣ ਕੇ ਨਾ ਮੈਂ ਅੱਜ ਤੱਕ ਉਸ ਫਿਲਾਸਫੀ ਨੂੰ ਫੋਲੋ ਕਰਦਾ। ਉਹ ਕਹਿੰਦੇ ਨੇ ਕਿ ਜੇਕਰ ਅਸੀਂ ਲੋਕਾਂ ਨੂੰ ਨਿੰਦਣ ਹੀ ਤੁਰ ਪਏ ਤੇ ਆਪਣੇ ਬਾਰੇ ਕਦ ਦੱਸਣਾ ਜੀ, ਆਪਣੀਆਂ ਅਸੀਂ ਨੀਤੀਆਂ ਕਦ ਦੱਸਣੀਆਂ? ਅੱਧਾ ਘੰਟਾ ਉਹਨਾਂ ਨੂੰ ਨਿੰਦਣ ਤੇ ਲਾਵਾਂਗੇ, ਅੱਧੇ ਘੰਟੇ ਦੇ ਵਿੱਚ ਅਸੀਂ ਆਪਣੀਆਂ ਪਾਲਿਸੀਆਂ ਨਹੀਂ ਦੱਸ ਸਕਦੇ। ਬਿਲਕੁਲ ਸਹੀ। ਸੇਮ ਸਵਾਲ ਉਹਨਾਂ ਲੀਡਰਾਂ ਨੂੰ ਆ ਕਿ ਤੁਸੀਂ ਜਿਹੜਾ ਲੋਕਾਂ ਨੂੰ ਨਿੰਦਦੇ ਫਿਰਦੇ ਹੋ, ਤੁਸੀਂ ਉਹਨਾਂ ਨੂੰ ਨਿੰਦਣ ਦੀ ਬਜਾਏ ਆਪਣੀਆਂ ਪਾਲਿਸੀਆਂ ਨਹੀਂ ਦੱਸ ਸਕਦੇ। ਜੇਕਰ ਨਵਜੋਤ ਸਿੰਘ ਸਿੱਧੂ ਹੁਣੀ ਕਹਿੰਦੇ ਆ ਕਿ ਸੜਕ ਐਸੀ ਹੈ ਕਿ ਬੰਦਾ ਸਕੂਟਰ ਲੈ ਕੇ ਜਾਂਦਾ ਹੈ, ਉਹਦੀ ਘਰ ਵਾਲੀ ਨੂੰ ਬਾਰ-ਬਾਰ ਦੇਖਦਾ ਕਿ ਉਹ ਰਹਿ ਗਈ ਕਿ ਢਹਿ ਗਈ, ਤਾਂ ਫਿਰ ਕਸੂਰ ਕਿਹਦਾ? ਤੁਹਾਡੀ ਸਰਕਾਰ ਰਹੀ ਹੈ, 5 ਸਾਲ ਦਾ ਸਮਾਂ ਹੋ ਗਿਆ। ਉਹਨਾਂ 5 ਸਾਲਾਂ ਦੇ ਵਿੱਚ ਤੁਸੀਂ ਕੋਈ ਪੈਚ ਵਰਕ ਹੀ ਲਾ ਲੈਂਦੇ। ਹੁਣ ਤੇ ਸਰਕਾਰ ਹੀ ਪੈਚ ਵਰਕ ਵਾਲੀ ਹੈ। ਹੁਣ ਕਿੱਥੇ ਗਏ ਸੀ ਤੁਸੀਂ? ਹੁਣ ਕਰਦੇ ਕੰਮ ਕੋਈ ਕਰਕੇ ਦਿਖਾਉਂਦੇ ਲੋਕਾਂ ਨੂੰ, ਕੋਈ ਸੁੱਖ ਆਰਾਮ ਦਿੰਦੇ। ਸਿੱਧੂ ਸਾਹਿਬ, ਬੋਲਬਾਣੀ ਇਹ ਇਕੱਲੀ ਤੁਹਾਡੀ ਇਹ ਪਾਰਟੀ ਨੂੰ ਜਿਤਾ ਨਹੀਂ ਸਕਦੀ, ਤੁਹਾਨੂੰ ਹੁਣ ਕੰਮ ਗਣਾਉਣੇ ਪੈਣਗੇ।
ਚਾਹੇ ਫੁੱਟਬਾਲ ਨਾ ਖੇਡੇ, ਚਾਹੇ ਕੋਈ ਕਿਸੇ ਤਰ੍ਹਾਂ ਕੋਈ ਕੰਮ ਕਰੇ। ਤੁਸੀਂ ਹੁਣ ਇਹ ਦੱਸੋ ਤੁਹਾਡੀਆਂ ਪਾਲਿਸੀਆਂ ਕੀ ਨੇ, ਤੁਹਾਡੀਆਂ ਨੀਤੀਆਂ ਕੀ ਨੇ। ਪੰਜਾਬ ਮਾਡਲ ਤੁਸੀਂ ਕਰੀ ਜਾ ਰਹੇ ਹੋ, ਸਾਰੇ ਪੰਜਾਬ ਮਾਡਲ ਲੈ ਕੇ ਘੁੰਮਣ ਡੇ ਨੇ। ਤੁਹਾਡਾ ਪੰਜਾਬ ਮਾਡਲ ਕੀ ਹੈ? ਥੋੜਾ ਜਿਹਾ ਆਪਣੀ ਵਿਜ਼ਨ ਕਲੀਅਰ ਤਾਂ ਕਰੋ। ਜੋ ਕਿ ਜੀ ਪੰਜਾਬ ਮਾਡਲ ਤੇ ਪਤਾ ਨਹੀਂ, ਪਰ ਇੱਥੇ ਚਮਚਿਆਂ ਦੀ ਚਾਂਦੀ ਹੈ। ਬਿਲਕੁਲ ਜੀ, ਦੇਖੋ ਸਮਾਂ ਬਦਲਦਾ, ਹਾਂ, ਹਰ ਸਮੇਂ ਆਪਣੀ ਕੋਈ ਨਾ ਕੋਈ ਇਤਿਹਾਸਕ ਲੀਹ ਲੈ ਕੇ ਅੱਗੇ ਤੁਰਦਾ ਜੀ। ਕੋਈ ਸਮਾਂ ਹੁੰਦਾ ਸੀ ਕਿ ਇਸ ਦੁਨੀਆ ਦੇ ਉੱਪਰ ਕਹਿੰਦੇ ਚਾਂਦੀ ਦੇ ਚਮਚੇ ਹੁੰਦੇ ਸੀ, ਤੇ ਅੱਜ ਕੱਲ ਜਿਵੇਂ ਤੁਸੀਂ ਕਿਹਾ ਚਮਚਿਆਂ ਦੀ ਚਾਂਦੀ ਹੈ। ਸੱਚੀ ਗੱਲ ਹੈ, ਉਹ ਬਿਲਕੁਲ ਹੋ ਹੀ ਰਿਹਾ। ਮੈਨੂੰ ਇਹ ਕਿਉਂ ਲੱਗ ਰਿਹਾ ਹੈ ਕਿ ਆਉਣ ਵਾਲੇ ਕੱਲ ਦੇ ਵਿੱਚ ਸ਼ਾਇਦ ਸਿੱਧੂ ਮੂਸੇਵਾਲਾ ਦੀ ਰਾਹ ਤੇ ਚਲਦੇ ਆਪਣੇ ਜਿਹੜੇ ਗੁਰਪ੍ਰੀਤ ਘੁੱਗੀ ਨੇ ਉਹ ਵੀ ਸ਼ਾਇਦ ਕਾਂਗਰਸ ਦੇ ਵਿੱਚ ਆ ਜਾਣਗੇ। ਦੇਖੋ ਇਹ ਆਪਾਂ ਕਹਿ ਨਹੀਂ ਸਕਦੇ ਏਡੇ ਵੱਡੇ ਪੱਧਰ ਤੇ ਆਪਾਂ ਕੋਈ ਪੁਸ਼ਟੀ ਕਰ ਦਈਏ। ਵੈਸੇ ਮੈਂ ਨਿੱਜੀ ਤੌਰ ਤੇ ਮੈਂ ਜਿਹੜੇ ਸਾਡੇ ਵੱਡੇ ਵੀਰ ਗੁਰਪ੍ਰੀਤ ਸਿੰਘ ਜੀ ਘੁੱਗੀ ਸਾਹਿਬ ਹੈਗੇ ਆ, ਮੈਂ ਉਹਨਾਂ ਦਾ ਫੈਨ ਆ ਜੀ। ਮੇਰੇ ਵੱਡੇ ਭਰਾ ਨੇ, ਬਹੁਤ ਅੱਛੇ ਅਦਾਕਾਰ ਨੇ, ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ, ਉਹਨਾਂ ਦੇ ਕੋਲੋਂ ਮੈਂ ਬਹੁਤ ਕੁਝ ਸਿੱਖਿਆ। ਪਰ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਦਾ ਸਿਆਸੀ ਬੋਲਬਾਣੀ ਜਿਹੜੀ ਬਹੁਤ ਖੂਬਸੂਰਤ ਹੈ ਜੀ, ਬਹੁਤ ਅੱਛੀ ਉਹਨਾਂ ਦੀ ਭਾਸ਼ਾ ਜਿਹੜੀ ਹੈ, ਮੈਂ ਉਸ ਭਾਸ਼ਾ ਦਾ ਮੁਰੀਦ ਆ, ਲੱਛੇਦਾਰ ਭਾਸ਼ਾ ਉਹਨਾਂ ਦੀ। ਪਰ ਜਿੰਨੀਆਂ ਕਿ ਤਾਰੀਫਾਂ ਹੁਣ ਸਰਕਾਰ ਦੀਆਂ ਕਰ ਰਹੇ ਨੇ, ਜਿੰਨਾ ਕਿ ਸਰਕਾਰ ਦੇ ਨਾਲ ਬਾਹਾਂ ਦੇ ਵਿੱਚ ਬਾਹਾਂ ਪਾ ਕੇ ਭੰਗੜਾ ਪਾ ਰਹੇ ਨੇ, ਲੱਗਦਾ ਤਾਂ ਹੈ ਉਹਨਾਂ ਦਾ ਝੁਕਾਅ ਆ ਵੀ ਚਰਨਜੀਤ ਸਿੰਘ ਚੰਨੀ ਹੁਣ ਜਿਹੜੇ ਮੁੱਖ ਮੰਤਰੀ ਪੰਜਾਬ ਨੇ, ਹੋ ਸਕਦਾ ਕਿਤੇ ਉਹਨਾਂ ਦੀ ਕੰਡ ਤੇ ਹੱਥ ਧਰ ਕੇ ਉਹਨਾਂ ਨੂੰ ਕਹਿ ਦੇਣ ਕਿ ਆਓ ਜੀ ਗੁਰਪ੍ਰੀਤ ਸਿੰਘ ਜੀ ਘੁੱਗੀ ਸਾਹਿਬ, ਹੁਣ ਫਿਰ ਬੜੈਚ ਬਣ ਜਾਓ, ਆ ਜਾਓ ਹੁਣ। ਕਹਿਣਾ ਮਤਲਬ ਦੇਖੋ ਕੋਈ ਮਾੜੀ ਗੱਲ ਨਹੀਂ, ਗੁਰਪ੍ਰੀਤ ਸਿੰਘ ਘੁੱਗੀ ਹੁਣਾਂ ਵਰਗਾ ਕੋਈ ਸਿਆਣਾ ਬੰਦਾ ਆ ਜਾਵੇ ਸਿਆਸਤ ਵਿੱਚ, ਮਾੜੀ ਗੱਲ ਨਹੀਂ, ਚੰਗੀ ਗੱਲ ਆ। ਪਰ ਗੱਲ ਇਹ ਆ, ਮੇਰੀ ਆਪ ਦੀ ਨਿੱਜੀ ਰਾਏ ਇਹ ਹੈ ਕਿ ਕਲਾਕਾਰ ਜਿਹੜੇ ਆ ਉਹ ਸਾਰਿਆਂ ਦੇ ਸਾਂਝੇ ਹੁੰਦੇ ਜੀ। ਬਿਲਕੁਲ, ਕਲਾਕਾਰ ਸਾਰੇ ਲੋਕਾਂ ਦੇ ਹੁੰਦੇ, ਕਿਸੇ ਇੱਕ ਜਾਤ ਦੇ, ਫਿਰਕੇ ਦੇ, ਧਰਮ ਦੇ, ਮਜ਼ਹਬ ਦੇ ਉਹ ਨਹੀਂ ਹੁੰਦੇ, ਉਹ ਸਾਰਿਆਂ ਦੇ ਹੁੰਦੇ ਆ। ਸੋ ਮੇਰੀ ਤਾਂ ਇੱਕ ਨਿੱਜੀ ਰਾਏ ਇਹ ਹੈ ਕਿ ਕਲਾਕਾਰਾਂ ਨੂੰ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਭੋਲੇ ਲੋਕ ਹੁੰਦੇ ਨੇ, ਇਹਨਾਂ ਦੇ ਆਪਣੇ ਜਜ਼ਬਾਤ ਹੁੰਦੇ ਨੇ, ਇਹ ਜਜ਼ਬਾਤ ਦਿਖਾਉਂਦੇ, ਜਜ਼ਬਾਤੀ ਹੋ ਕੇ ਸ਼ਾਇਦ ਉਹਨਾਂ ਨੇ ਕੁਝ ਗੱਲਾਂ ਕਹੀਆਂ ਤੇ ਲੋਕਾਂ ਨੇ ਮੀਮਸ ਬਣਾਉਣੀ ਸ਼ੁਰੂ ਕਰ ਦਿੱਤੇ। ਲੋਕਾਂ ਨੇ ਇਹ ਵੀ ਕਿਹਾ, ਜੋ ਗੱਲ ਮੈਂ ਕਹੀ ਹੈ, ਕਿ ਸ਼ਾਇਦ ਉਹ ਕਾਂਗਰਸ ਦੇ ਵਿੱਚ ਆ ਜਾਣ, ਉਹਨਾਂ ਦਾ ਝੁਕਾਅ ਲੱਗ ਰਿਹਾ, ਕਿਉਂਕਿ ਉਹਨਾਂ ਨੇ ਗੱਲਾਂ ਹੀ ਇਹੋ ਜਿਹੀ ਕਹੀਆਂ। ਸ਼ਾਨ ਪੰਜਾਬ ਅਵਾਰਡ ਵੰਡੇ ਜਾ ਰਹੇ ਸੀ ਔਰ ਫਿਲਮ ਕਲਾ ਕੌਂਸਲ ਦਾ ਜਿਹੜਾ ਉਹ ਗਠਨ ਕੀਤਾ ਗਿਆ, ਤੇ ਉਹਦੇ ਚ ਉਹਨਾਂ ਨੇ ਇੰਨੀ ਗੱਲ ਵੀ ਕਹੀ ਹੈ, ਕਹਿੰਦੇ ਨੇ ਕਿ ਚਰਨਜੀਤ ਚੰਨੀ ਜਿਹੜੇ ਨੇ ਉਹ ਸਾਡਾ ਜਿਹੜਾ ਸੀਐਮ ਹੈ ਉਹ ਤਾਂ ਟਰੂਡੋ ਵਰਗਾ, ਕੈਨੇਡਾ ਦੇ ਪੀਐਮ ਵਰਗਾ। ਨਾਲ ਇਹ ਵੀ ਗੱਲ ਕੀ ਹੈ ਕਿ ਲੋਕ ਗੀਤਾਂ ਵਰਗੀਆਂ ਗੱਲਾਂ ਕਰਦੇ ਨੇ। ਦੇਖੋ ਗੱਲ ਇਹ ਹੈ ਕਿ ਗੱਲਾਂ ਤਾਂ ਸੱਚੀ ਮਿੱਠੀਆਂ ਮਿੱਠੀਆਂ ਕਰਦੇ ਆ, ਪਰ ਸਾਡਾ ਗੱਲਾਂ ਨਾਲ ਢਿੱਡ ਨਹੀਂ ਭਰਨਾ। ਜੇਕਰ ਉਹ ਟਰੂਡੋ ਵਰਗੇ ਹੈਗੇ ਤੇ ਟਰੂਡੋ ਵਰਗੇ ਬਣ ਜਾਣ, ਠੀਕ ਹੈ, ਜੇਕਰ ਟਰੂਡੋ ਵਰਗੇ ਬਣ ਗਏ ਤਾਂ ਸਾਡਾ ਭਲਾ ਹੋ ਜੂ, ਨਹੀਂ ਤਾਂ ਫਿਰ ਇਦਾਂ ਕਿੰਨੇ ਹੀ ਮੁੱਖ ਮੰਤਰੀ ਆਏ ਤੇ ਕਿੰਨੇ ਹੀ ਚਲੇ ਜਾਣਗੇ, ਪਰ ਸਾਡਾ ਭਲਾ ਜਿਹੜਾ ਸਾਡਾ ਪੰਜਾਬ ਉੱਥੇ ਦਾ ਉੱਥੇ ਖੜਾ ਖਲੋਤਾ ਰਹਿ ਜਾਊਗਾ, ਠੱਗਿਆ ਜਿਹਾ, ਲੁੱਟਿਆ ਜਿਹਾ, ਵਿਚਾਰਾ ਜਿਹਾ, ਨਿਮਾਣਾ ਜਿਹਾ, ਨਤਾਣਾ ਜਿਹਾ। ਪੰਜਾਬ ਭਾਵੇਂ ਨਤਾਣਾ, ਨਿਮਾਣਾ, ਠੱਗਿਆ ਹੋਵੇ, ਪਰ ਪੰਜਾਬ ਨੂੰ ਠੱਗਣ ਦੇ ਲਈ ਹਾਲੇ ਵੀ ਕਈ ਲੀਡਰ ਤਿਆਰ ਬੈਠੇ ਨੇ। ਹੁਣ ਮਨਜਿੰਦਰ ਸਿਰਸਾ ਇਹ ਗੱਲ ਕਹਿੰਦੇ ਨੇ ਕਿ 2022 ਦੇ ਵਿੱਚ ਚੋਣਾਂ ਜਿੱਤ ਕੇ ਬੀਜੇਪੀ ਹੀ ਸਰਕਾਰ ਬਣਾਊਗੀ। ਦੇਖੋ ਹਰ ਇੱਕ ਪਾਰਟੀ ਨੂੰ ਇਹੀ ਲੱਗਦਾ ਕਿ ਅਸੀਂ ਹੀ ਸਰਕਾਰ ਬਣਾ ਜਾਣੀ ਜੀ। ਜਦੋਂ ਨਾ ਰੱਸਾਕਸ਼ੀ ਤੁਸੀਂ ਦੇਖੀ ਕਦੇ? ਰੱਸਾ ਖਿੱਚਦੇ ਹੁੰਦੇ ਆ ਕਿ 7-8 ਜਣੇ ਇੱਧਰ ਹੁੰਦੇ, 7-8 ਜਣੇ ਇੱਧਰ ਹੁੰਦੇ ਆ, ਮੂਹਰੇ ਬੀਂਡੀ ਲੱਗੇ ਹੁੰਦੇ ਆ, ਠੀਕ ਹੈ ਨਾ, ਜ਼ੋਰ ਲੱਗਦਾ ਹੈ। ਹਰ ਇੱਕ ਟੀਮ ਨੂੰ ਇਹੀ ਲੱਗਦਾ ਹੁੰਦਾ ਕਿ ਰੱਸਾ ਉਹਨਾਂ ਨੇ ਖਿੱਚ ਕੇ ਲੈ ਜਾਣਾ ਜੀ। ਇੱਦਾਂ ਮਨਜਿੰਦਰ ਸਿੰਘ ਸਿਰਸਾ ਹੁਣੀ ਹੈਗੇ ਆ, ਇਹਨਾਂ ਨੂੰ ਲੱਗਦਾ ਕਿ ਰੱਸਾ ਖਿੱਚ ਕੇ ਲੈ ਜਾਣਗੇ, ਪਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਹਾਲੇ ਇਹਨਾਂ ਨੂੰ ਵੀ ਕੋਈ ਬੀਂਡੀ ਨਹੀਂ ਲੱਭਿਆ, ਠੀਕ ਹੈ ਨਾ। ਤੇ ਦੂਸਰਾ, ਇਹ ਰੱਸਾ ਹੁਣ ਇਕੱਲੇ ਹੀ ਚੱਕੀ ਫਿਰਦੇ ਨੇ ਜੀ, ਮੂਹਰੇ ਇਹਨਾਂ ਦੇ ਨਾਲ ਕੋਈ ਹੱਥ ਪਾਉਣ ਨੂੰ ਕੋਈ ਲੱਭਦਾ ਨਹੀਂ। ਹੁਣ ਮਨਜਿੰਦਰ ਸਿੰਘ ਸਿਰਸਾ ਤੱਤੇ ਨਵੇਂ ਤਾਜ਼ੇ ਗਿੱਲੇ ਹਲੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਨੇ, ਇਦਾਂ ਦੀਆਂ ਗੱਲਾਂ ਕਰਨਗੇ। ਚਲੋ ਪੰਜਾਬ ਦੇ ਵਿੱਚ ਹੁਣ ਪਹਿਲਾਂ ਗਰੇਵਾਲ ਸਾਹਿਬ ਇਕੱਲੇ ਸੀਗੇ, ਹੁਣ ਇਹ ਕਹਿਣ ਲੱਗ ਪਏ ਆ ਕਿ ਅਸੀਂ ਜਿੱਤਾਂਗੇ, ਅਸੀਂ ਸਰਕਾਰ ਬਣਾਵਾਂਗੇ। ਹਰ ਇੱਕ ਨੂੰ ਕੌਨਫੀਡੈਂਸ ਹੋਣਾ ਚਾਹੀਦਾ, ਓਵਰ ਕੌਨਫੀਡੈਂਸ ਮਾੜਾ ਹੁੰਦਾ, ਬਹੁਤ ਜ਼ਿਆਦਾ ਇਹ ਵਿਸ਼ਵਾਸ ਕਰਦੇ ਨੇ। ਪਰ ਕਹਿਣ ਦਾ ਮਤਲਬ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਲੋਕਾਂ ਦੇ ਹੱਲੇ ਵਿਚਾਰ ਬਣੇ ਨਹੀਂ ਜੀ, ਲੋਕਾਂ ਨੇ ਹੱਲੇ ਮਨ ਨਹੀਂ ਬਣਾਏ। ਮਨ ਉਦਾਂ ਭਗਵੰਤ ਮਾਨ ਦੇ ਕਹਿਣ ਵਾਂਗੂ ਬਣੇ ਹੁੰਦੇ ਆ, ਹੁਣ ਲੋਕਾਂ ਨੇ ਆਪਣੇ ਮਨ ਲਗਭਗ ਅੱਧੇ ਪਚੱਧੇ ਬਣਾ ਲਏ ਆ, ਅੱਧੇ ਪਚੱਧੇ ਹੱਲੇ ਬਣਾਉਣਗੇ, ਠੀਕ ਹੈ। ਉਹਨਾਂ ਜਿਹੜਿਆਂ ਨੇ ਬਣਾਉਣੇ ਆ ਮਨ, ਉਹਨਾਂ ਨੇ ਪਾਸਾ ਪਲਟ ਦੇਣਾ। ਪਰ ਭਾਰਤੀ ਜਨਤਾ ਪਾਰਟੀ ਹਾਲੇ ਇੱਥੇ ਇਸ ਪਿੜ ਦੇ ਵਿੱਚ ਟਿਕਦੀ ਹੋਈ ਨਜ਼ਰ ਨਹੀਂ ਆ ਰਹੀ। ਉਧਰ ਅਕਾਲੀ ਦਲ ਵਾਲੇ ਕਹਿੰਦੇ ਅਸੀਂ ਸਰਕਾਰ ਬਣਾ ਜਾਣੀ, ਕਾਂਗਰਸ ਵਾਲੇ ਕਹਿੰਦੇ ਅਸੀਂ ਬਣਾ ਜਾਣੀ ਆ, ਆਮ ਆਦਮੀ ਪਾਰਟੀ ਵਾਲੇ ਕਹਿੰਦੇ 100 ਸੀਟਾਂ ਅਸੀਂ ਲੈ ਜਾਣੀਆਂ, 17 ਤੁਸੀਂ ਵੰਡ ਲਓ, ਠੀਕ ਹੈ ਨਾ। ਕਹਿਣ ਦਾ ਮਤਲਬ ਇਹ ਹੈ ਕਿ ਹਰ ਕੋਈ ਇੱਥੇ ਕਹਿ ਰਿਹਾ, ਪਰ ਲੋਕਾਂ ਨੇ ਵੋਟ ਇਸ ਵਾਰ ਬਹੁਤ ਕੁਝ ਦੇਖ ਕੇ ਪਾਉਣੀ ਹੈ। ਲੋਕੀ ਬੜੇ ਪੀੜਤ ਨੇ ਇਸ ਸਿਆਸਤ ਤੋਂ,
ਸਿਆਸਤ ਨੇ ਕਿਸੇ ਦਾ ਫਾਇਦਾ ਨਹੀਂ ਕੀਤਾ, ਸਿਆਸਤ ਨੇ ਲੋਕਾਂ ਨੂੰ ਤੜਪਾਇਆ ਹੈ, ਲੋਕਾਂ ਨੂੰ ਸਤਾਇਆ ਹੈ। ਜੇਕਰ ਤਾਂ ਸਿਆਸਤ ਲੋਕਾਂ ਨੂੰ ਕੁਝ ਦਿੰਦੀ ਹੋਵੇ, ਲੋਕਾਂ ਦਾ ਭਲਾ ਕਰਦੀ ਹੋਵੇ, ਫਿਰ ਤਾਂ ਹੈਗੀ ਆ ਚੰਗੀ। ਪਰ ਜੇਕਰ ਉਹ ਸਤਾਉਂਦੀ ਹੋਵੇ ਫਿਰ ਮੰਦੀ ਹੈ, ਕਿਉਂਕਿ ਆਪਣੀਆਂ ਵੋਟਾਂ ਦੀ ਖਾਤਰ ਤੁਸੀਂ ਬਿੱਲ ਮਾਫ ਕਰਦੇ ਹੋ, ਤੁਸੀਂ ਪਾਣੀ ਦੇ ਮਾਫ ਕਰਦੇ ਹੋ, ਤੁਸੀਂ ਕਿਰਾਏ ਫ੍ਰੀ ਕਰਦੇ ਹੋ, ਤੁਸੀਂ ਬੱਸ ਸਫ਼ਰ ਫ੍ਰੀ ਕਰਦੇ ਹੋ। ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਨੂੰ 4.5 ਸਾਲਾਂ ਬਾਅਦ ਸਾਡਾ ਖਿਆਲ ਆ ਜਾਂਦਾ, ਸਾਡਾ ਫਿਕਰ ਹੋਣ ਲੱਗ ਪੈਂਦਾ। ਇਹਨਾਂ ਗੱਲਾਂ ਤੋਂ ਲੋਕ ਹੁਣ ਜਾਣੂ ਨੇ, ਉਹ ਵੀ ਕਹਿੰਦੇ ਨੇ ਚੱਲ ਜਾਂਦੇ ਚੋਰ ਦੀ ਤੜਾਗੀ ਸੀ, ਲੈ ਲਓ ਲਾਹਾ ਇਹਨਾਂ ਦਾ। ਪਰ ਇਹ ਦੋਗਲਾਪਨ ਜਿਹੜਾ ਸਿਆਸਤ ਦੇ ਵਿੱਚ ਆ ਚੁੱਕਾ ਹੈ ਹੁਣ। ਇੱਥੇ ਨਵਜੋਤ ਸਿੰਘ ਸਿੱਧੂ ਨੇ, ਉਹੀ ਨਵਜੋਤ ਸਿੰਘ ਸਿੱਧੂ ਕਦੇ ਕਿਸੇ ਪਲੇਟਫਾਰਮ ਤੋਂ ਚਰਨਜੀਤ ਚੰਨੀ ਹੋਰਾਂ ਬਾਰੇ ਉਹਨਾਂ ਦੇ ਹਮਲੇ ਬੋਲਦੇ ਨਜ਼ਰ ਆਉਂਦੇ ਨੇ, ਕਦੇ ਕਹਿੰਦੇ ਨੇ ਵੀ ਸਾਡੀ ਜੋੜੀ ਤੇ ਦੋ ਬਲਦਾਂ ਦੀ ਜੋੜੀ ਹੈ, ਕਿਸੇ ਦਾ ਮੂੰਹ ਕਿੱਧਰ ਨੂੰ ਤੇ ਕਿਸੇ ਦਾ ਕਿੱਧਰ ਨੂੰ। ਹਾਂ, ਤੇ ਪਰ ਇਹਦੇ ਵਿੱਚ ਇਹ ਵੀ ਤਾਂ ਦੱਸਣ ਵੀ ਸਿੰਘ ਕਿਹਦੇ ਵੱਡੇ ਆ ਜੀ। ਹੁਣ ਲੱਗੇ ਤਾਂ ਹੋਏ ਨੇ, ਉਹ ਇਕੱਠੇ ਤਾਂ ਹੋ ਰਹੇ ਨੇ ਕਿਉਂਕਿ ਹੁਣ ਹਾਈ ਕਮਾਨ ਨੇ ਕਹਿਤਾ ਕਿ ਜੇਕਰ ਤੁਹਾਡਾ ਆਪ ਦਾ ਕਾਟੋ ਕਲੇਸ਼ ਨਾ ਮੁੱਕਿਆ ਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਕਿਸੇ ਹੋਰ ਨੇ ਬਣਾ ਕੇ, ਤੇ ਜਿੱਦਾਂ ਤੁਸੀਂ ਕਹਿੰਦੇ ਨਾ ਵੀ ਤੁਹਾਡੇ ਅਸੀਂ ਅੰਦਰ ਕਰ ਦੇਣੇ, ਫਲਾਨਾ ਕਰ ਦੇਣੇ, ਕੱਲ ਨੂੰ ਉਹ ਵੀ ਕਹਿ ਸਕਦੇ ਆ। ਹਾਂ, ਤੇ ਜੇਕਰ ਉਹ ਕਹਿ ਸਕਦੇ ਆ ਤਾਂ ਤੁਹਾਨੂੰ ਕਿਤੇ ਕੱਲ ਨੂੰ ਕਰ ਹੀ ਨਾ ਦੇਣ। ਇਹ ਹੁਣ ਅੰਦਰੋਂ ਅੰਦਰੀ ਹੁਣ ਡਰ ਵੀ ਸਤਾਉਂਦਾ ਕਿ ਭਾਈ ਰਲ ਮਿਲ ਕੇ ਆਪਾਂ ਸਰਕਾਰ ਦੁਬਾਰਾ ਬਣਾ ਲਈਏ। ਨਹੀਂ ਤਾਂ ਫਿਰ ਜੇਕਰ ਦੂਸਰਿਆਂ ਦੀ ਸਰਕਾਰ ਆ ਗਈ, ਵੀ ਜਿਹੜੇ ਕਹਿੰਦੇ ਆ ਵੀ ਆਪਾਂ ਵੀ ਉਹ ਕੀ ਕਹਿੰਦੇ ਆ ਬਨੇਰੇ ਤੇ ਤੋਤਾ ਬਹਿਣ ਨਹੀਂ ਦੇਣਾ, ਕਿ ਕਾਂ ਨਹੀਂ ਬਹਿਣ ਦੇਣਾ, ਕਿ ਜੀਜਾ ਸਾਲਾ ਰਹਿਣ ਨਹੀਂ ਦੇਣਾ, ਕੱਲ ਨੂੰ ਕਿਤੇ ਕੋਈ ਐਸਾ ਕੋਈ ਚਮਤਕਾਰ ਹੋ ਜਵੇ ਕਿ ਸਰਕਾਰ ਦੂਸਰਿਆਂ ਦੀ ਬਣ ਜਵੇ, ਤਾਂ ਫਿਰ ਆਪਾਂ ਕਿੱਥੇ ਜਾਣਾ? ਬਿਲਕੁਲ ਜੀ, ਆਪਾਂ ਕਿੱਥੇ ਜਾਣਾ? ਮੈਂ ਪੂਰੇ ਪ੍ਰੋਗਰਾਮ ਦੇ ਵਿੱਚ ਇੱਕ ਚੀਜ਼ ਨੋਟ ਕੀਤੀ ਹੈ, ਆਪਾਂ ਬੜੀ ਅੱਜ ਟੌਰ ਗੱਡੀ ਕਿਤੇ ਵਿਆਹ ਚੱਲਨੇ। ਦੇਖੋ, ਜੇਕਰ ਕੋਈ ਗਰੀਬ ਬੰਦਾ, ਮਾੜਾ ਬੰਦਾ ਮੇਰੇ ਵਰਗਾ ਵਿਚਾਰਾ ਕੋਈ ਕੱਪੜੇ ਲੀੜੇ ਕੋਈ ਸੋਹਣੇ ਪਾ ਲਵੇ, ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੇ ਵਿਆਹ ਤੇ ਹੀ ਜਾਣਾ। ਬੰਦਾ ਉਦਾਂ ਵੀ ਟੌਰ ਟੱਪਾ ਲਾ ਸਕਦਾ ਹੈ। ਇਹ ਸੱਜਣ ਫੱਬਣ ਦੀ ਬੰਦੇ ਨੂੰ ਹੋਣੀ ਚਾਹੀਦੀ ਹੈ ਥੋੜੀ ਜਿਹੀ। ਔਰ ਕਹਿਣ ਦਾ ਮਤਲਬ ਕਿ ਜੇਕਰ ਇਹ ਵਿਆਹਾਂ ਦਾ ਸੀਜ਼ਨ ਹੈ, ਇਸ ਵਿਆਹਾਂ ਦੇ ਸੀਜ਼ਨ ਦੇ ਵਿੱਚ ਪਤਾ ਨਹੀਂ ਕਿਉਂ ਦਸੰਬਰ, ਜਨਵਰੀ, ਫਰਵਰੀ ਇਹ ਵਿਆਹ ਹੀ ਵਿਆਹ ਹੁੰਦੇ ਰਹਿੰਦੇ, ਪਤਾ ਨਹੀਂ ਖਰੇ ਮੁੰਡੇ ਕੁੜੀਆਂ ਤੇ ਡਿਸਕਾਊਂਟ ਲੱਗ ਜਾਂਦੀ ਹੈ। ਪਰ ਕਹਿਣ ਦਾ ਮਤਲਬ ਹੈ ਕਿ ਇਹਨਾਂ ਵਿਆਹਾਂ ਦੇ ਵਿੱਚ ਇੱਕ ਦੋ ਸਾਡੇ ਘਰਾਂ ਦੇ ਵਿੱਚ ਪ੍ਰਾਹੁਣੇ ਐਸੇ ਹੁੰਦੇ ਨੇ ਕਿ ਜਿਨ੍ਹਾਂ ਦਾ ਵੱਖਰਾ ਹੀ ਕਿਰਦਾਰ ਹੁੰਦਾ, ਜਿਵੇਂ ਵਿਆਹਾਂ ਸ਼ਾਦੀਆਂ ਦੇ ਵਿੱਚ। ਹੁਣ ਦੇਖੋ ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਔਰ ਗੱਲ ਕਰਾਂਗੇ ਉਹਨਾਂ ਪ੍ਰਾਹੁਣਿਆਂ ਦੀ। ਉਹਨਾਂ ਪ੍ਰਾਹੁਣਿਆਂ ਦੇ ਵਿੱਚ ਤੁਸੀਂ ਵੀ ਹੋ ਸਕਦੇ ਹੋ ਪੁੱਛਰੋ, ਏਦਾਂ ਮੇਰੇ ਵੱਲੋਂ ਘੂਰ ਘੂਰ ਕੇ ਨਾ ਦੇਖੋ, ਹੋ ਸਕਦੇ ਹੋ। ਕਈ ਐਸੇ ਪ੍ਰਾਹੁਣੇ ਹੁੰਦੇ ਆ ਜਿੱਦਾਂ ਨਾ ਉਹਨਾਂ ਨੇ ਕੋਈ ਕੰਮ ਨਹੀਂ ਹੁੰਦਾ, ਉਹਨਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਹੁੰਦੀ ਕਿ ਤੁਸੀਂ ਆਹ ਕਰਨਾ ਹੈ, ਫੁੱਫੜ ਜੀ, ਮਾਸੜ ਜੀ ਤੁਸੀਂ ਆਹ ਕਰ ਲਓ, ਵੀ ਚਾਚਾ ਜੀ ਤੁਸੀਂ ਆਹ ਕਰ ਲਓ, ਮਾਮਾ ਜੀ ਤੁਸੀਂ ਆਹ ਕਰ ਲਓ। ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ, ਉਹ ਸਿਰਫ ਵਿਆਹ ਦੇ ਵਿੱਚ ਸ਼ੱਕਰਪਾਰੇ ਖਾਣ ਆਏ ਹੁੰਦੇ ਆ। ਉਹਨਾਂ ਕਹਿੰਦੇ ਇੰਜੋਏ ਕਰੋ ਤੁਸੀਂ ਵਿਆਹ ਨੂੰ। ਉਹ ਕੀ ਕਰਦੇ ਆ, ਕੰਮਕਾਰ ਕੋਈ ਹੁੰਦਾ ਨਹੀਂ, ਵਿਆਹ ਦੇ ਵਿੱਚ ਆਏ ਹੁੰਦੇ ਆ, ਬੀਬੀਆਂ ਆਪਣਾ ਗਾਉਣ ਵਜਾਉਣ ਲੱਗ ਪੈਂਦੀਆਂ ਜਾਂ ਸਾਰਾ ਕੰਮ ਕਰਨ ਲੱਗ ਪੈਂਦੀਆਂ। ਉਹ ਕੀ ਕਰਦੇ ਆ, ਕੋਈ ਕੁਰਸੀ ਧੂ ਕੇ ਨਾ ਲਿਜਾ ਕੇ ਹਲਵਾਈ ਦੇ ਕੋਲ ਡਾਲਣੀ, ਹਲਵਾਈ ਦੇ ਕੋਲ ਬਹਿ ਜਾਣਾ। ਪਿਛਲੀ ਵਾਰੀ ਤੇਰੇ ਨਾ ਸ਼ੱਕਰਪਾਰੇ ਠੀਕ ਨਹੀਂ ਸੀ, ਸਖਤ ਸੀ ਥੋੜੇ ਜਿਹੇ, ਐਤਕੀ ਨਾ ਉਹ ਕੰਮ ਹੋਵੇ, ਪੋਲੇ ਬਣਾਈ, ਐਤਕੀ ਪੋਲੇ ਬਣਾਈ। ਨਾਲੇ ਜਲੇਬੀਆਂ ਬਹੁਤ ਵੱਡੀਆਂ ਬਣਾਈਆਂ ਸੀ, ਤੂੰ ਬਰੀਕ ਬਣਾਈ ਜਲੇਬੀਆਂ, ਬਰੀਕ ਜਲੇਬੀਆਂ ਬਹੁਤ ਸਵਾਦ ਲੱਗਦੀਆਂ। ਮੈਂ ਮਿਲਿਆ ਹੀ ਤੁਹਾਨੂੰ ਪਹਿਲੀ ਵਾਰੀ, ਅਗਲਾ ਸੋਚਦਾ ਹੋਣਾ। ਫਿਰ ਨਾਲੇ ਕਹਿਣਗੇ ਦੇਖੋ ਗੱਲ ਹੈਗੀ ਇਦਾਂ ਵੀ ਤੁਸੀਂ ਸਮਾਨ ਜਿਹੜਾ ਵੀ ਹੋਵੇ, ਮੈਂ ਇੱਥੇ ਬੈਠਾ ਉਹ ਕਮਰਾ, ਉਸ ਕਮਰੇ ਦੇ ਵਿੱਚ ਸਮਾਨ ਪਿਆ, ਸਮਾਨ ਪੂਰਾ ਪਾਓ। ਜਦ ਅਗਲੇ ਨੇ ਤੁਹਾਨੂੰ ਸਾਰਾ ਸਮਾਨ ਦਿੱਤਾ, ਤੁਸੀਂ ਚੀਜ਼ ਮਾੜੀ ਕਿਉਂ ਬਣਾਓ? ਯੂਨੀਵਰਸਲ ਡਾਇਲੌਗ ਹੈ। ਹਾਂ, ਵੀ ਦੇਖੋ ਗੱਲ ਇਹ ਹੈ ਵੀ ਅਸੀਂ ਜਦ ਚੀਜ਼ਾਂ ਪੂਰੀਆਂ ਦੇਣੀਆਂ, ਸਾਨੂੰ ਸਵਾਦ ਪੂਰਾ ਆਉਣਾ ਚਾਹੀਦਾ। ਨਾਲੇ ਦਾਲਾਂ ਸਬਜ਼ੀਆਂ ਦੇ ਵਿੱਚ ਮਿਰਚ ਮਸਾਲਾ ਪੂਰਾ ਚਾਹੀਦਾ, ਠੋਕ ਕੇ ਨਹੀਂ ਵੀ ਇਹ ਨਾ ਹੋਵੇ ਵੀ ਸਾਡੀ ਰਾਤ ਨੂੰ ਹਿੱਕ ਧੁਖਦੀ ਰਵੇ। ਨਾਲੇ ਘਿਓ ਦੀ ਥੋੜਾ ਇਸਤੇਮਾਲ ਕਰਿਆ ਕਰੋ, ਰਾਤ ਨੂੰ ਸਾਨੂੰ ਖੱਟੇ ਖੱਟੇ ਡਕਾਰ ਆਉਂਦੇ। ਲੋਕੀ ਇਹ ਨਾ ਕਹਿਣ ਕਿ ਹਲਵਾਈ ਮਾੜਾ ਸੀ, ਜਿਹੜਾ ਖਾਵੇ ਉਂਗਲੀਆਂ ਹੀ ਖਾ ਜਾਵੇ, ਟੁੰਡੇ ਹੋਏ ਫਿਰੇ। ਕਹਿਣ ਦਾ ਮਤਲਬ ਇਹ ਹੈ ਇੰਸਟਰਕਸ਼ਨਸ ਫਾਲਤੂ ਦੀਆਂ। ਹਾਂ, ਵੀ ਉਹ ਬੰਦਾ ਏਦਾਂ ਆਣ ਕੇ ਕੁਰਸੀ ਤੇ ਬੈਠ ਕੇ ਉਹਨਾਂ ਨੂੰ ਫਿਰ ਨਾ ਚਾਹੁੰਦਿਆਂ ਹੋਇਆਂ ਵੀ ਨਾਲੇ ਉਹਦਾ ਕਹੀ ਵੀ ਜਾਣਾ, ਨਾਲੇ ਚੱਕ ਕੇ 5-7 ਜਲੇਬੀਆਂ ਖਾ ਜਾਣੀਆਂ। ਆਹ ਤਾਂ ਮੈਂ ਸਵਾਦ ਦੇਖਣ ਨੂੰ ਖਾਧੀਆਂ, ਉਦੋਂ ਤਾਂ ਮੈਨੂੰ ਸ਼ੂਗਰ ਆ, ਮੈਂ ਤਾਂ ਮਿੱਠਾ ਖਾਂਦਾ ਹੀ ਨਹੀਂ, ਰਸਗੁੱਲਾ ਦਿਖਾਈ ਮੜਾ ਜਾ, ਸਹੀ ਬਣਿਆ। ਕਹਿਣ ਦਾ ਮਤਲਬ ਇਹ ਹੈ ਕਿ ਉਹ ਬੰਦੇ ਜਿਹੜੇ ਆ ਉਹ ਸਾਡੇ ਵਿੱਚ, ਤੁਹਾਡੇ ਵਿੱਚ ਜ਼ਰੂਰ ਹੁੰਦੇ। ਤੁਹਾਡੇ ਹੈਗਾ ਟੱਬਰ ਦੇ ਵਿੱਚ? ਉਹ ਕਹਿੰਦੇ ਹੈਗਾ, ਸਾਰਿਆਂ ਦੇ ਹੁੰਦਾ ਭਰਾਵਾ, ਤੁਹਾਡੇ ਇਕੱਲਿਆਂ ਦੇ ਨਹੀਂ ਹੈਗਾ। ਸਾਡੇ ਕੈਮਰਿਆਂ ਦੇ ਮਗਰ ਵੀ ਇੱਕ ਬੰਦਾ ਖੜਾ ਹੈ, ਉਹ ਕਹਿੰਦਾ ਮੈਂ ਆਪ ਬਹੁਤ ਏਦਾਂ, ਯਾਨੀ ਕਿ ਉਹ ਕੀ ਕਹਿੰਦੇ ਪਪੂਲਰ ਸ਼ੈਫ ਬਣਿਆ, ਜਾ ਕੇ ਉਹਨਾਂ ਨੂੰ ਇੰਸਟਰਕਸ਼ਨਸ ਦਿੱਤੀਆਂ। ਫਿਰ ਇਸ ਤੋਂ ਬਾਅਦ ਇਹ ਵੀ ਆ, ਕਈ ਵਾਰ ਇਦਾਂ ਵੀ ਹੁੰਦਾ, ਉਹ ਕਈ ਵਾਰ ਨਾ ਮਸ਼ੀਨ ਜਿਹੀ ਹੁੰਦੀ ਜਿਹੜੀ ਉਹਨਾਂ ਦੀ, ਉਹਦੇ ਵਿੱਚ ਕੋਈ ਮਿਰਚਾਂ ਪੀ ਲੈਂਦੇ ਜਾਂ ਟਮਾਟਰ, ਉੱਥੇ ਜਾ ਕੇ ਵੀ ਚੱਲ ਤੂੰ ਪਾ, ਮੈਂ ਫੇਰਦਾ ਇਹਨੂੰ, ਆ ਖੁਰਪਣਾ ਭਰਾ
ਮੈਂ ਦੁੱਧ ਦੇ ਵਿੱਚ ਫੇਰ ਦੋ, ਦੁੱਧ ਥੱਲੇ ਨਾ ਲਾ ਦਿਓ। ਹਾਂ ਖੋਆ ਬਣਾਉਣ ਦੇ ਵਿੱਚ ਏਦਾਂ ਐਵੇਂ ਖਾਮਖਾ ਜਿਹਨੂੰ ਕਹਿੰਦੇ ਕੋਈ ਕੰਮ ਨਹੀਂ ਹੁੰਦਾ। ਸੋ ਉਹ ਟਾਈਮ ਪਾਸ ਕਰਨਾ ਹੁੰਦਾ ਯਾਰ ਬਈ। ਆਹੀ ਤਾਂ ਗੱਲ ਹੈ, ਵਿਆਹਾਂ ਦੇ ਵਿੱਚ ਵੀ ਟਾਈਮ ਪਾਸ ਕਰਨ ਦੇ ਵਾਸਤੇ ਬਹੁਤ ਸਾਰੀਆਂ ਕੰਮਾਂ ਕਾਰਾਂ ਨੂੰ ਉਹ ਅੰਜਾਮ ਦੇਣਾ ਪੈਂਦਾ। ਸੋ ਇਦਾਂ ਦੇ ਜਿਹੜੇ ਸਾਡੇ ਸੱਜਣ ਮਿੱਤਰ ਪਿਆਰੇ ਹੈਗੇ ਆ, ਉਹਨਾਂ ਨੂੰ ਚਾਹੀਦਾ ਕਿ ਭਾਈ ਬਿਲਕੁਲ ਆਪਣੀ ਜ਼ਿੰਮੇਵਾਰੀ ਨਿਭਾਓ ਔਰ ਚੰਗੀ ਤਰ੍ਹਾਂ ਦੇ ਨਾਲ ਹਲਵਾਈਆਂ ਦਾ ਚੰਡ ਕੱਢਦੇ ਫੜ ਕੇ ਤੇ ਉਹਨਾਂ ਨੂੰ ਇੱਕ ਜੀਣ ਨਹੀਂ ਦੇਣਾ ਉਹਨਾਂ ਨੂੰ। ਹਾਂ ਧਮਕੀ ਵੀ ਇੱਕ ਖਾਸ ਇਹ ਵੀ ਹੁੰਦੀ ਹੈ ਹਾਂ ਕਿ ਜੇ ਐਤਕੀ ਕੋਈ ਕਿਸੇ ਚੀਜ਼ ਚੋਂ ਲਾਂਭਾ ਆ ਗਿਆ ਹਾਂ ਤਾਂ ਅਸੀਂ ਤੁਹਾਨੂੰ ਪੈਸਾ ਨਹੀਂ ਜੇ ਦੇਣਾ। ਹਾਂ ਹਾਂ ਤੇ ਨਾਲੇ ਸਮਾਨ ਨਹੀਂ ਚੱਕਣ ਦੇਣਾ। ਜੇਕਰ ਸਾਡਾ ਕੋਈ ਸਮਾਨ ਥੁੜ ਗਿਆ, ਹਾਂ ਲੋਕੀ ਖਾ ਕੇ ਜਾਣ, ਸਮਾਨ ਬਚ ਜਾਵੇ, ਥੁੜਨਾ ਨਹੀਂ ਚਾਹੀਦਾ। ਸੋ ਇਸ ਕਰਕੇ ਆਪਣੇ ਕੋਲ ਸਮਾਨ ਤੇ ਬਹੁਤ ਪਿਆ, ਪਰ ਹੁਣ ਸਮਾਂ ਥੁੜ ਗਿਆ। ਹਾਂ ਸੋ ਇਸ ਕਰਕੇ ਆਪਣੇ ਸੱਜਣਾ ਮਿੱਤਰਾਂ ਪਿਆਰਿਆਂ ਬੇਲੀਆਂ ਸਹੇਲੀਆਂ ਦੇ ਕੋਲੋਂ ਇਜਾਜ਼ਤ ਲੈ ਲਈਏ। ਬਿਲਕੁਲ ਜੀ, ਦਿਓ ਇਜਾਜ਼ਤ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ। ਤੇ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਇਹ ਪਿਆਰ ਮੁਹੱਬਤ ਬਣਾਈ ਰੱਖਣਾ, ਦੇਖਦੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।